गुरु तेग बहादुर महाराज जी ਦਾ उच्चारण किया होया ये शब्द है। पर ऐओ जानो कि एक गुरु तेग बहादुर महाराज सच्चे पातशाह जी दी तस्वीर है ये शब्द। जो शब्द दियां पंक्तियां कह रही ने, ऐ गुरु तेग बहादुर महाराज जी तुहाडे तो बिना होर कौन हो सकता है ऐसा जिहड़ा दुख नूं दुख करके ना जाने, दुख मैं दुख नहीं मानना, सुख स्नेहो सुखां दे नाल जिहदी प्रीत प्रेम कोई ना होवे और भै नहीं जाकर किसे कोलों ਉਹ डरदा ना होवे, ना ਉਹਨੂੰ ਨਿੰਦਿਆ ਦਾ कोई असर, ना किसी दा भै, ना अपनी वडियाई सुन के खुश होवे और ਜਿਹਦੇ ਲਈ ऐ गुरु तेग बहादुर महाराज जी ऐसा होर कौन हो सकता है आप जी तो बिना जेड़ा सोने ते मिट्टी नूं एक करके जाने, कंचन माटी मन, जेदी निगाह दे विच मान अपमान, कोई वडियाई करे ते कोई खुशी नहीं, कोई निंदिया करे ते गम कोई नहीं। उदां दा सोना ते उदां दी मिट्टी ऐ सच्चे पातशाह तुहाडे तो बिना होर सचमुच कोई नज़र नहीं आउंदा। जदों इतिहास पढ़िए गुरु तेग बहादुर महाराज जी दा एडा बैराग, इतना त्याग संसार ते, किसे चीज दे नाल कोई अंदरों मोह नहीं, ना किसी दा डर, ना उस्तत निंदिया दा फर्क, ना कोई पैसे धेले दी चिंता, ना कोई मान अपमान अभिमान हंकार। छेवें पातशाह गुरु हरगोबिंद साहिब जी दे 5 सुपुत्र ने। गुरु तेग बहादुर महाराज जी सब तो छोटे ने। 2 शादियां ने छेवें पातशाह जी दियां, एक माता दमोदरी जी और एक माता नानकी जी। 9वें सतगुरु तेग बहादुर जी माता नानकी जी की कुख तो पैदा होए। 2 नानकी नाम आउंदे ने सिख इतिहास विच। एक बेबे नानकी है जेड़े गुरु नानक साहब जी दे वड्डे भैन जी ने, और एक माता नानकी है 6वें सतगुरां दे धर्म सुपत्नी और 9वें सतगुरु तेग बहादुर जी दे माता जी। बाबा बकाला साहब पिंड है उन्हां दा माता नानकी जी दा। ਅੰਮ੍ਰਿਤਸਰ ਦੀ ਧਰਤੀ ਤੇ ਜਦੋਂ 6ਵੇਂ ਪਾਤਸ਼ਾਹ ਰਹਿੰਦੇ ਸਨ ਉਦੋਂ ਜਨਮ ਹੋਇਆ ਤੇਗ ਬਹਾਦਰ ਮਹਾਰਾਜ ਜੀ ਦਾ। ਕਹਿੰਦੇ ਨੇ ਕਿ ਅੰਮ੍ਰਿਤ ਵੇਲਾ ਸੀ। ਆਸਾ ਜੀ ਦੀ ਵਾਰ ਦਾ ਕੀਰਤਨ ਸਮਾਪਤ ਹੋਇਆ ਜਦੋਂ ਸਵੇਰੇ ਅੰਮ੍ਰਿਤ ਵੇਲੇ ਤੇ ਭਰੇ ਦਰਬਾਰ ਵਿੱਚ ਆਣ ਕੇ ਸੇਵਾਦਾਰ ਨੇ ਜਦੋਂ ਖਬਰ ਦਿੱਤੀ 6ਵੇਂ ਸਤਿਗੁਰਾਂ ਨੂੰ ਕਿ ਮਹਾਰਾਜ ਜੀ ਆਪ ਜੀ ਦੇ ਘਰ ਆਪ ਜੀ ਦਾ 5ਵਾਂ ਸੁਪੁੱਤਰ ਪ੍ਰਗਟ ਹੋਇਆ ਹੈ। ਮਾਤਾ ਨਾਨਕੀ ਜੀ ਨੇ ਬੜੇ ਸੋਹਣੇ ਸੁੰਦਰ ਸਰੂਪ ਵਾਲੇ ਚੰਨ ਵਰਗੇ ਸੁਪੁੱਤਰ ਨੂੰ ਜਨਮ ਦਿੱਤਾ ਹੈ। 6ਵੇਂ ਪਾਤਸ਼ਾਹ ਜਦੋਂ ਵੇਖਣ ਗਏ ਆਪਣੇ ਸਭ ਤੋਂ ਛੋਟੇ ਸੁਪੁੱਤਰ ਨੂੰ
ਮਾਤਾ ਨਾਨਕੀ ਜੀ ਨੂੰ ਮਿਲਣ ਗਏ ਮਹਿਲਾਂ ਅੰਦਰ। ਬਾਬਾ ਬੁੱਢਾ ਜੀ ਵਰਗੇ ਸਿਆਣੇ ਸਿਆਣੇ ਸਿੱਖ ਵੀ ਨਾਲ ਨੇ। ਜਦੋਂ ਸਤਿਗੁਰਾਂ ਨੇ ਨਿੱਕੇ ਜਿਹੇ ਬੱਚੇ ਨੂੰ ਗੋਦ ਵਿੱਚ ਲਿਆ ਚੁੱਕਿਆ ਤੇ ਸਿੱਖਾਂ ਵੇਖਿਆ, ਬੜਾ ਅਜੀਬ ਜਿਹਾ ਕੌਤਕ ਸਤਿਗੁਰਾਂ ਨੇ ਕੀਤਾ। ਛੇਵੇਂ ਸਤਿਗੁਰਾਂ ਨੇ ਬਾਲਕ ਨੂੰ ਪਹਿਲੇ ਤੇ ਆਪਣੀ ਗੋਦੀ ਵਿੱਚ ਲੈ ਕੇ, ਹੱਥਾਂ ਵਿੱਚ ਲੈ ਕੇ ਪਿਆਰ ਕੀਤਾ, ਮੱਥਾ ਚੁੰਮਿਆ। ਫਿਰ ਉਸ ਤੋਂ ਬਾਅਦ ਨਿੱਕੇ ਨਿੱਕੇ ਪੈਰ, ਜਿਹੜੇ ਨਿੱਕੇ ਨਿੱਕੇ ਚਰਨ ਨੇ ਬੱਚੇ ਦੇ, ਬਾਲਕ ਦੇ, ਉਹਨਾਂ ਨੂੰ ਫੜ ਕੇ ਆਪਣੇ ਮੱਥੇ ਨਾਲ ਲਾਇਆ, ਜਿਵੇਂ ਮੱਥਾ ਟੇਕਿਆ ਹੋਵੇ ਬਾਲਕ ਨੂੰ। ਤੇ ਬਾਬਾ ਬੁੱਢਾ ਜੀ ਵਰਗੇ ਕਿਸੇ ਸਿਆਣੇ ਸਿੱਖ ਨੇ ਕੋਲੋਂ ਪੁੱਛਿਆ ਕਿ ਮਹਾਰਾਜ ਇਹ ਕੀ ਕਰਦੇ ਹੋ ਆਪ? ਤੁਸੀਂ ਸਤਿਗੁਰੂ ਹੋ ਔਰ ਪਿਤਾ ਹੋ, ਇਹ ਬੱਚਾ ਤੁਹਾਡਾ ਸਿੱਖ ਵੀ ਹੈ, ਤੁਸੀਂ ਗੁਰੂ ਹੋ, ਔਰ ਤੁਹਾਡਾ ਪੁੱਤਰ ਵੀ ਹੈ, ਤੁਸੀਂ ਇਸ ਦੇ ਪਿਤਾ ਹੋ। ਨਾ ਤੇ ਕਦੇ ਗੁਰੂ ਆਪਣੇ ਚੇਲੇ ਨੂੰ ਮੱਥਾ ਟੇਕਦਾ ਹੈ, ਨਾ ਕਦੇ ਬਾਪ ਆਪਣੇ ਪੁੱਤ ਦੇ ਪੈਰੀਂ ਪੈਂਦਾ ਹੈ। ਇਹ ਤੁਸੀਂ ਕੈਸਾ ਕੌਤਕ ਕੀਤਾ ਹੈ? ਤੇ ਉਦੋਂ ਹੀ ਛੇਵੇਂ ਪਾਤਸ਼ਾਹ ਜੀ ਨੇ ਦੁਨੀਆ ਦੇ ਭੁਲੇਖੇ ਕੱਢ ਦਿੱਤੇ ਸਨ, ਇੱਕੋ ਬਚਨ ਕਰਕੇ। ਸਤਿਗੁਰਾਂ ਆਖਿਆ ਸੀ, ਬਾਬਾ ਜੀ ਨਾ ਤੇ ਮੱਥਾ ਮੈਂ ਸਿੱਖ ਨੂੰ ਟੇਕਿਆ ਹੈ, ਨਾ ਆਪਣੇ ਪੁੱਤਰ ਨੂੰ, ਔਲਾਦ ਨੂੰ। ਇਹ ਤੇ ਮੈਂ ਆਉਣ ਵਾਲੇ ਗੁਰੂ ਨਾਨਕ ਦੀ ਗੱਦੀ ਦੇ ਨਵੇਂ ਵਾਰਸ ਦੇ ਚਰਨਾਂ ਵਿੱਚ ਸਿਰ ਝੁਕਾਇਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਗੁਰੂ ਨਾਨਕ ਦੀ ਗੱਦੀ ਤੇ ਬਹਿਣ ਵਾਲੀ ਰੂਹ ਹੈ। ਤੇ ਉਦੋਂ ਹੀ ਪਿਆਰ ਵਾਲਿਆਂ ਨੂੰ ਇਹ ਭੁਲੇਖਾ ਦੂਰ ਹੋ ਗਿਆ ਸੀ ਕਿ ਅੱਗੇ ਚੱਲ ਕੇ ਇਹਨਾਂ ਨੇ ਗੁਰੂ ਨਾਨਕ ਦੀ ਗੱਦੀ ਤੇ ਸੇਵਾ ਸਾਂਭਣੀ ਹੈ। ਤੋ ਉਦੋਂ ਹੀ ਪਿਆਰ ਭਾਵਨਾ, ਸ਼ਰਧਾ ਦੀ ਨਿਗਾਹ ਨਾਲ ਸੰਗਤ ਵੇਖਣ ਲੱਗ ਪਈ। ਇਹ ਵੀ ਲਿਖਿਆ ਮਿਲਦਾ ਹੈ ਕਿ ਪਹਿਲੇ ਨਾਮ ਸਤਿਗੁਰਾਂ ਦਾ ਤਿਆਗ ਮਲ ਰੱਖਿਆ ਸੀ। ਤਿਆਗ ਮਲ ਜਿਉਂ-ਜਿਉਂ ਵੱਡੇ ਹੁੰਦੇ ਜਾਂਦੇ ਨੇ, ਤਿਉਂ-ਤਿਉਂ ਗੁਣ ਪ੍ਰਗਟ ਹੁੰਦੇ ਜਾਂਦੇ ਨੇ। ਜਦੋਂ ਪਤਾ ਲੱਗਾ ਦੁਨੀਆ ਦੇ ਲੋਕਾਂ ਨੂੰ ਕਿ ਕਿੱਡਾ ਤਿਆਗ, ਕਿੱਡਾ ਵਿਰਾਗ ਹੈ ਇਹਨਾਂ ਦੇ ਜੀਵਨ ਵਿੱਚ, ਅੰਦਰ ਇਹਨਾਂ ਦੇ ਦੁਨੀਆ ਦੇ ਪ੍ਰਤੀ ਦਇਆ ਕਿੰਨੀ ਕੁ ਹੈ, ਔਰ ਦੁਨੀਆ ਦੀ ਮਾਇਆ ਦੇ ਨਾਲ, ਦੌਲਤ ਦੇ ਨਾਲ ਪਿਆਰ ਕੋਈ ਨਹੀਂ। ਜਦੋਂ 4-5 ਵਰ੍ਹਿਆਂ ਦੀ ਉਮਰ ਸੀ ਤੇ ਉਹਨਾਂ ਦੇ ਵੱਡੇ ਭਰਾ ਛੇਵੇਂ ਪਾਤਸ਼ਾਹ ਜੀ ਦੇ ਸਭ ਤੋਂ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ, ਕਿਉਂਕਿ ਉਮਰ ਦਾ ਬੜਾ ਫਰਕ ਸੀ, ਉਹ ਪਹਿਲੇ ਮਾਤਾ ਦਮੋਦਰੀ ਜੀ ਦੇ ਪੇਟੋਂ ਜਨਮ ਹੋਇਆ ਹੈ। ਉਹਨਾਂ ਦਾ ਵਿਆਹ ਦਾ ਦਿਨ ਆਇਆ, ਜਿਸ ਦਿਨ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਸੀ। ਉਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਮਰ 4-5 ਵਰ੍ਹਿਆਂ ਦੀ ਹੋਵੇਗੀ ਤਕਰੀਬਨ। ਬੜੀ ਚਹਿਲ ਪਹਿਲ ਸੀ ਘਰ ਦੇ ਵਿੱਚ, ਜਿਵੇਂ ਵਿਆਹ ਵਾਲੇ ਘਰਾਂ ਵਿੱਚ ਹੁੰਦੀ ਹੈ, ਆਮ ਘਰਾਂ ਵਿੱਚ ਬੜੀ ਰੌਣਕ ਹੁੰਦੀ ਹੈ। ਤੇ ਜਿਹੜੇ ਗੁਰੂ ਨਾਨਕ ਦੇ ਘਰ ਜਦੋਂ ਕੋਈ ਵਿਆਹ ਦਾ ਦਿਨ ਆਇਆ ਹੋਵੇਗਾ, ਉੱਥੇ ਕੋਈ ਰਿਸ਼ਤੇਦਾਰੀਆਂ ਥੋੜ੍ਹੋ ਇਕੱਠੀਆਂ ਹੋਣੀਆਂ ਸੀ, ਕੇਵਲ ਦੂਰੋਂ ਦਰਾਡਿਓਂ ਕਾਬਲ ਕੰਧਾਰ ਤੱਕ ਸਾਰੇ ਹਿੰਦੁਸਤਾਨ ਭਰ ਦੇ ਵਿੱਚੋਂ ਸਿੱਖ ਸੰਗਤਾਂ ਪਹੁੰਚੀਆਂ ਹੋਈਆਂ ਸਨ ਅੰਮ੍ਰਿਤਸਰ ਦੀ ਧਰਤੀ ਤੇ। ਬੜੀ ਚਹਿਲ ਪਹਿਲ ਹੈ, ਬਰਾਤ ਜਾਣ ਦੀ ਤਿਆਰੀ ਕਰੀ ਬੈਠੀ ਹੈ, ਸਾਰੇ ਤਿਆਰ ਨੇ ਬਰਾਤੇ ਜਾਣ ਲਈ। ਤੇ ਮਾਤਾ ਨਾਨਕੀ ਜੀ ਨੇ ਵੀ ਆਪਣੇ ਸਪੁੱਤਰ ਨੂੰ, ਤੇਗ ਬਹਾਦਰ ਜੀ ਨੂੰ, ਇਸ਼ਨਾਨ ਪਾਣ ਕਰਾ ਕੇ, ਸੋਹਣੇ ਤੋਂ ਸੋਹਣੇ ਬਸਤਰ, ਸ਼ਾਹੀ ਪੁਸ਼ਾਕ ਪਵਾ ਕੇ, ਸੋਹਣੀ ਦਸਤਾਰ ਸੀਸ ਤੇ ਸਜਾ, ਗਲ ਦੇ ਵਿੱਚ, ਹੱਥਾਂ ਦੇ ਵਿੱਚ
ਛਾਪਾਂ ਛੱਲੇ ਗਹਿਣੇ ਕੈਂਠੇ ਵਗੈਰਾ ਪੂਰਾ ਜਲਾਓ ਬਣਾ ਕੇ ਜਦੋਂ ਤਿਆਰ ਕਰਕੇ ਬਾਹਰ ਨੂੰ ਭੇਜ ਦਿੱਤਾ, ਆਪ ਤਿਆਰੀ ਕਰਨ ਲੱਗ ਪਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਘਰੋਂ ਬਾਹਰ ਆਏ। ਰਸਤੇ ਵਿੱਚ ਜਾ ਕੇ ਗਲੀ ਦੇ ਵਿੱਚ ਉਹਨਾਂ ਦੇ ਹਾਂਡੀ, ਉਹਨਾਂ ਦੇ ਸਾਥੀ ਜਿਹੜੇ ਰੋਜ਼ ਨਾਲ ਖੇਡਦੇ ਨੇ, ਸਾਰੇ ਬਰਾਤੇ ਜਾਣ ਦੀ ਤਿਆਰੀ ਕਰੀ ਬੈਠੇ ਨੇ। ਤੇ ਜਿਵੇਂ ਵੇਖਦੇ ਆ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਚਾਹ ਹੁੰਦਾ ਹੈ ਬਰਾਤ ਨਾਲ ਜਾਣ ਦਾ, ਤੇ ਆਪਣੇ ਸੋਹਣੇ ਸੋਹਣੇ ਕੱਪੜੇ ਪਾਈ ਨਿਆਣੇ ਸਾਰੇ ਇੱਕ ਦੂਜੇ ਨੂੰ ਆਪਣੇ ਕੱਪੜੇ ਵਿਖਾਲਦੇ ਨੇ, ਦੂਜੇ ਦੇ ਵੇਖਦੇ ਨੇ, ਚਾਹ ਜਿਵੇਂ ਹੁੰਦਾ ਸਾਰਿਆਂ ਨੂੰ। ਇਸ ਤਰ੍ਹਾਂ ਚਾਹ ਦੇ ਵਿੱਚ ਨਿਆਣੇ ਸਾਰੇ ਥੋੜਾ ਇੱਕ ਦੂਸਰੇ ਨੂੰ ਕੱਪੜੇ ਵਿਖਾਉਂਦੇ ਨੇ, ਵੇਖਦੇ ਨੇ, ਇੱਕ ਦੂਜੇ ਦੇ ਬਰਾਤੇ ਜਾਣ ਦੀਆਂ ਚਾਹ ਭਰੀਆਂ ਗੱਲਾਂ ਕਰ ਰਹੇ ਸਨ। ਸਭ ਤੋਂ ਸੋਹਣੇ ਬਸਤਰ ਨੌਵੇਂ ਪਾਤਸ਼ਾਹ ਜੀ ਨੇ ਪਾਏ ਹੋਏ ਨੇ, ਆਭੂਸ਼ਣ ਵੀ ਨੇ, ਗਹਿਣੇ ਵੀ ਪਾਏ, ਕਿਤਨਾ ਕੁਝ ਸਜਾ ਕੇ ਭੇਜਿਆ ਸੀ ਮਾਤਾ ਜੀ ਨੇ। ਨਿਆਣੇ ਤੇ ਇਸ ਕੰਮ ਦੇ ਵਿੱਚ ਰੁੱਝੇ ਹੋਏ ਸਨ, ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੇਖਿਆ ਰਸਤੇ ਦੇ ਦੂਸਰੇ ਪਾਸੇ ਸਤਿਗੁਰਾਂ ਦਾ ਇੱਕ ਸਾਥੀ ਜਿਹੜਾ ਰੋਜ਼ ਨਾਲ ਖੇਡਦਾ ਹੈ, ਨਾਲ ਦਾ ਹੈ, ਹਮ ਉਮਰ ਹਾਂਡੀ, ਬੜਾ ਗਰੀਬੜਾ ਜਿਹਾ, ਤਨ ਤੇ ਕੱਪੜਾ ਕੋਈ ਨਹੀਂ, ਨਗਨ ਖਲੋਤਾ, ਆਪਣੀ ਗਰੀਬਣੀ ਜਿਹੀ ਮਾਂ ਦੇ ਕੋਲ ਖਲੋਤਾ, ਪਾਟੇ ਪੁਰਾਣੇ ਜਿਹੇ ਕੱਪੜੇ ਪਾਏ, ਗਰੀਬਣੀ ਜਿਹੀ ਉਹਦੀ ਮਾਂ ਉਹਦੇ ਕੋਲ ਹੈ, ਤੇ ਉਹ ਨਿੱਕਾ ਜਿਹਾ ਬੱਚਾ ਸਾਰੇ ਬੱਚਿਆਂ ਵੱਲ ਵੇਖ ਆਪਣੀ ਮਾਂ ਨੂੰ ਕਹਿ ਰਿਹਾ ਸੀ, ਕਹਿੰਦਾ ਸੀ, ਮਾਂ ਮੈਂ ਵੀ ਬਰਾਤੀ ਜਾਣਾ ਹੈ, ਮੈਂ ਵੀ ਆਪਣੇ ਹਾਣੀਆਂ ਦੇ ਨਾਲ ਜੰਜੇ ਜਾਣਾ ਹੈ, ਤੇ ਮੈਂ ਵੀ ਸੋਹਣੇ ਕੱਪੜੇ ਪਾਉਣੇ ਨੇ। ਆਓ ਵੇਖ ਮੇਰੇ ਸਾਰੇ ਸਾਥੀ ਸੋਹਣੇ ਸੋਹਣੇ ਕੱਪੜੇ ਪਾ ਕੇ ਪੂਰੇ ਜਾਹੋ ਜਲਾਲ ਦੇ ਵਿੱਚ ਖਲੋਤੇ ਨੇ, ਮੈਂ ਵੀ ਇਸੇ ਤਰ੍ਹਾਂ ਸੋਹਣੇ ਵਸਤਰ ਪਾ ਕੇ ਮੈਂ ਵੀ ਨਾਲ ਜਾਣਾ ਹੈ ਇਹਨਾਂ ਦੇ। ਪਰ ਗਰੀਬਣੀ ਮਾਂ ਨੇ ਜ਼ਿੰਦਗੀ ਜਿੱਡਾ ਲੰਮਾ ਜਿਹਾ ਹੋਕਾ ਮਾਰ ਕੇ ਆਖਿਆ, ਕਹਿਣ ਲੱਗੀ, ਨਾ ਮੇਰਾ ਪੁੱਤ, ਬੇਟਾ ਅਸੀਂ ਇਹਨਾਂ ਦੇ ਨਾਲ ਨਹੀਂ ਰਲ ਸਕਦੇ, ਇਹ ਤੇ ਸਾਰੇ ਵੱਡੇ ਘਰਾਂ ਦੇ ਬੱਚੇ ਨੇ, ਨਿਆਣੇ ਨੇ, ਅਸੀਂ ਤੇ ਗਰੀਬ ਆਂ, ਇਹ ਤੇ ਬੜੇ ਅਮੀਰ ਨੇ ਪੁੱਤਰ, ਆਪਾਂ ਇਹਨਾਂ ਦੇ ਨਾਲ ਨਹੀਂ ਰਲ ਸਕਦੇ, ਨਾ ਜਾ ਸਕਦੇ ਹਾਂ। ਆ ਮੇਰਾ ਪੁੱਤ ਆਪਾਂ ਘਰ ਨੂੰ ਚੱਲੀਏ। ਬੱਚਾ ਵਿਚਾਰਾ ਜਿੱਦ ਕਰਦਾ ਰਹਿ ਗਿਆ। ਮਾਂ ਨੇ ਆਪਣੇ ਦੁਪੱਟੇ ਵਿੱਚ ਆਪਣੇ ਨਿੱਕੇ ਜਿਹੇ ਬਾਲ ਦੇ ਨੰਗ ਨੂੰ ਕੱਜਿਆ ਤੇ ਉਂਗਲ ਲਾ ਕੇ ਤੁਰਨ ਲੱਗੀ, ਘਰ ਨੂੰ ਜਾਣ ਲੱਗੀ, ਲਿਆ ਰੋਂਦੇ ਕਰਲਾਉਂਦੇ ਨੂੰ। ਸਤਿਗੁਰਾਂ ਦੀ ਪੈ ਗਈ ਨਿਗਾਹ, ਚਾਰ ਉਲਾਂਘਾਂ ਭਰ ਕੇ ਰਸਤੇ ਦੇ ਦੂਸਰੇ ਪਾਸੇ ਚਲੇ ਗਏ। ਆਪਣੇ ਹਾਂਡੀਆਂ ਦੇ ਟੋਲੇ ਨੂੰ ਛੱਡ ਕੇ ਉਸ ਪਾਸੇ ਚਲੇ ਗਏ ਤੇ ਮਾਂ ਨੂੰ ਜਾ ਕੇ ਰੋਕ ਲਿਆ, ਬੱਚੇ ਦੇ ਮੋਹਰੇ ਖਲੋ ਗਏ। ਉਹਨੂੰ ਕਹਿਣ ਲੱਗੇ, ਸੱਜਣਾ, ਉਹ ਕੌਣ ਕਹਿੰਦਾ ਹੈ ਕਿ ਤੂੰ ਬਰਾਤੇ ਨਹੀਂ ਜਾਣਾ, ਤੂੰ ਜਾਣਾ ਹੈ। ਉਹ ਕਹਿਣ ਲੱਗਾ, ਜੀ ਮੇਰੇ ਕੋਲ ਤੇ ਤੁਹਾਡੇ ਵਰਗੇ ਕੱਪੜੇ ਨਹੀਂ ਸੋਹਣੇ ਹੈਗੇ। ਤੇ ਸਤਿਗੁਰ ਕਹਿੰਦੇ, ਕਿਉਂ ਨਹੀਂ, ਤੇਰੇ ਕੋਲ ਸਭ ਕੁਝ ਹੈ, ਤੂੰ ਬਰਾਤੇ ਜਾਵੇਂਗਾ, ਮੈਂ ਤੈਨੂੰ ਲੈ ਕੇ ਚੱਲਾਂਗਾ। ਸਤਿਗੁਰਾਂ ਨੇ ਤੇਗ ਬਹਾਦਰ ਮਹਾਰਾਜ ਜੀ ਨੇ 4-5 ਵਰਿਆਂ ਦੀ ਆਯੂ ਏਡਾ ਸਿਆਣਪ ਭਰਿਆ ਕੰਮ ਕਰਦਿਆਂ ਆਪਣੇ ਸਾਰੇ ਤਨ ਦੇ ਕੱਪੜੇ ਲਾ ਕੇ ਉਸ ਬੱਚੀ ਦੇ ਗਲ ਪਵਾ ਦਿੱਤੇ। ਆਪਣੇ ਤਨ ਤੋਂ ਜੋ ਛਾਪਾਂ ਛੱਲੇ ਗਹਿਣੇ ਕੈਂਠੇ ਵਗੈਰਾ ਜੋ ਕੁਝ ਪਾਇਆ ਸੀ ਮਾਤਾ ਜੀ ਨੇ, ਉਹ ਸਾਰੀ ਤਿਆਰੀ ਆਪਣੀ ਲਾ ਕੇ ਬੱਚੇ ਦੇ ਗਲ ਪਾ ਕੇ ਉਹਨੂੰ ਕਹਿੰਦੇ, ਲੈ ਹੁਣ ਤੂੰ ਸਾਰਿਆਂ ਤੋਂ ਸੋਹਣਾ ਹੋ ਗਿਆ ਏ, ਚੱਲ ਹੁਣ ਤੂੰ ਵੀ ਬਰਾਤੇ ਵੇਖ, ਤੇਰੇ ਵਰਗੇ ਕੱਪੜੇ ਕਿਸੇ ਕੋਲ ਵੀ ਨਹੀਂ। ਔਰ ਉਹਦੀ ਤਿਆਰੀ ਕਰਾ ਕੇ ਆਪ ਬਿਲਕੁਲ ਕੱਪੜਿਆਂ ਤੋਂ ਬਿਨਾਂ ਘਰ ਨੂੰ ਆ ਗਏ। ਮਾਤਾ ਜੀ ਨੇ ਜਦੋਂ ਵੇਖਿਆ ਤੇ ਮਾਤਾ ਜੀ ਬੜੇ ਨਾਰਾਜ਼ ਨੇ, ਬੜੇ
ਗੁੱਸੇ ਦੇ ਵਿੱਚ, ਨਾਰਾਜ਼ਗੀ ਦੇ ਵਿੱਚ, ਕਿਉਂਕਿ ਜਿਹੜੀ ਵਰਦੀ ਦੀ ਤਿਆਰੀ ਕੀਤੀ ਸੀ ਸਾਰੀ, ਉਹ ਤੇ ਹੁਣ ਉਹ ਕਿਸੇ ਹੋਰ ਦੇ ਲੇਖੇ ਲਾ ਆਏ ਨੇ। ਐਡੀ ਜਲਦੀ ਹੋਰ ਤਿਆਰੀ ਕਰਨ ਨੂੰ ਸਮਾਂ ਲੱਗਣਾ ਹੈ, ਬਰਾਤ ਜਾਣ ਨੂੰ ਤਿਆਰ ਬੈਠੀ ਹੈ, ਕਾਹਲੀ ਹੈ। ਤੇ ਮਾਤਾ ਜੀ ਬੜੇ ਗੁੱਸੇ ਵਿੱਚ, ਨਾਰਾਜ਼ਗੀ ਵਿੱਚ ਕੁਝ ਬੋਲ ਰਹੇ ਸਨ। ਇੰਨੀ ਦੇਰ ਨੂੰ ਛੇਵੇਂ ਪਾਤਸ਼ਾਹ ਘਰ ਨੂੰ ਚੱਕਰ ਲਾਉਣ ਆਏ, ਜਿਵੇਂ ਬਰਾਤ ਤੁਰਨ ਤੋਂ ਪਹਿਲਾਂ ਇੱਕ ਗੇੜਾ ਮਾਰਨ ਆਏ ਮਹਿਲਾਂ ਨੂੰ। ਆਣ ਕੇ ਜਦੋਂ ਵੇਖਿਆ ਕਿ ਮਾਤਾ ਨਾਨਕੀ ਜੀ ਬੜੇ ਤਲਖ ਜਿਹੇ ਬਚਨ ਕਰ ਰਹੇ ਨੇ, ਗੁੱਸੇ ਵਿੱਚ, ਨਾਰਾਜ਼ ਜਿਹੇ ਨੇ, ਤੇ ਕਹਿਣ ਲੱਗੇ, ਨਾਨਕੀ ਕੀ ਗੱਲ ਹੈ? ਅੱਜ ਗੁਰੂ ਨਾਨਕ ਦੇ ਘਰੋਂ ਕੈਸੀਆਂ ਆਵਾਜ਼ਾਂ ਆ ਰਹੀਆਂ ਨੇ? ਅੱਜ ਤੇ ਤੁਹਾਡੇ ਵੱਡੇ ਸਪੁੱਤਰ ਦੀ ਸ਼ਾਦੀ ਹੈ, ਵਿਆਹ ਹੈ, ਅੱਜ ਤੇ ਖੁਸ਼ੀਆਂ ਖੇੜਿਆਂ ਦਾ ਦਿਨ ਹੈ, ਤੇ ਗੁਰੂ ਨਾਨਕ ਦੇ ਘਰੋਂ ਅੱਜ ਵੀ ਇਹ ਤਲਖ ਜੀਆਂ, ਗਰਮ ਜੀਆਂ ਹਵਾਵਾਂ ਕਿਉਂ ਪਈਆਂ ਆਉਂਦੀਆਂ ਨੇ? ਇਹ ਮਾਤਾ ਜੀ ਨਾਰਾਜ਼ਗੀ ਵਿੱਚ ਦੱਸਦੇ ਨੇ, ਕਹਿੰਦੇ, ਵੇਖੋ ਸੁਆਮੀ, ਮੈਂ ਇਹਨੂੰ ਤਿਆਰ ਕੀਤਾ ਸੀ, ਬਰਾਤ ਜਾਣ ਨੂੰ ਕਾਹਲੀ ਪਈ, ਤਿਆਰ ਬੈਠੀ ਹੈ, ਤੇ ਇਹ ਆਪਣੀ ਸਾਰੀ ਕੀਤੀ ਤਿਆਰੀ ਕਿਸੇ ਹੋਰ ਬੱਚੇ ਦੇ ਗਲ ਪਾ ਆਇਆ, ਤੇ ਮੈਂ ਏਡੀ ਛੇਤੀ ਹੁਣ ਇਹਦੀ ਕਿੱਥੋਂ ਤਿਆਰੀ ਕਰਾਂ? ਇਹ ਸਮਝਦਾ ਨਹੀਂ ਮਹਾਰਾਜ, ਇਹ ਇਸੇ ਤਰ੍ਹਾਂ ਹੀ ਰੋਜ਼ ਕਰਦਾ ਹੈ, ਤੇ ਮੈਂ ਤਾਂ ਕਲਪਨਾ ਤੇ ਕਰਾਂ ਕੀ ਹੋਰ। ਸਤਿਗੁਰਾਂ ਸਾਰੇ ਬਚਨ ਨੂੰ ਸੁਣਿਆ, ਸਮਝਿਆ, ਤੇ ਕਹਿਣ ਲੱਗੇ, ਨਾਨਕੀ ਅੱਜ ਇੱਕ ਬੱਚੇ ਦਾ ਨੰਗ ਕੱਜ ਕੇ ਆਇਆ ਹੈ, ਤੇ ਤੂੰ ਐਡੀ ਖਫਾ ਹੋ ਗਈ ਏ। ਇਹਦੇ ਤੇ ਕੱਲ ਦੇ ਇਦਾਂ ਦੇ ਵੀ ਦਿਨ ਆਉਣੇ ਨੇ ਨਾਨਕੀ, ਜਦੋਂ ਇਹਨੇ ਸਾਰੇ ਹਿੰਦੁਸਤਾਨ ਦੀ ਪੱਤ ਨੂੰ ਢਕਣਾ ਹੈ। ਕੱਲ ਤੇ ਇਦਾਂ ਦਾ ਵੀ ਦਿਨ ਆਉਣਾ ਹੈ, ਅੱਜ ਤੇ ਆਪਣੇ ਤਨ ਦੇ ਕੱਪੜੇ ਲਾ ਕੇ ਕਿਸੇ ਦਾ ਨੰਗ ਕੱਜਿਆ ਹੈ, ਕੱਲ ਨੂੰ ਇਹਨੇ ਪਤਾ ਨਹੀਂ ਕਿਹਦੀ ਪੱਤ ਢੱਕਣ ਲਈ ਇਹਨੇ ਆਪਣੇ ਤਨ ਦੀ ਚਾਦਰ ਬਣਾ ਛੱਡਣੀ ਹੈ। ਤੇ ਉਦੋਂ ਕੀ ਆਖੇਂਗੀ? ਜਦੋਂ ਇਹਨੇ ਆਪਣਾ ਸਿਰ, ਆਪਣਾ ਤਨ ਵੀ ਲੇਖੇ ਲਾ ਦਿੱਤਾ, ਤੇ ਫਿਰ ਕੀ ਕਰੇਂਗੀ ਤੂੰ? ਛੋਟੀ ਜਿਹੀ ਗੱਲ ਤੋਂ ਨਾਰਾਜ਼ ਹੋ ਗਈ। ਭਾਵ ਕਿ ਸਤਿਗੁਰਾਂ ਨੇ, ਕਿਉਂਕਿ ਗੁਰੂ ਦੀਆਂ ਨਿਗਾਹਾਂ ਸਮੇਂ ਦੀਆਂ ਦੀਵਾਰਾਂ ਤੋਂ ਪਾਰ ਵੇਖਦੀਆਂ ਹੁੰਦੀਆਂ ਨੇ, ਤੋ ਸਤਿਗੁਰਾਂ ਨੇ ਆਉਣ ਵਾਲੇ ਸਮੇਂ ਬਾਬਤ ਇਸ ਤਰ੍ਹਾਂ ਇੱਕ ਹਿੰਟ ਜਿਹਾ, ਇੱਕ ਚਿੰਨ੍ਹ ਮਾਤਰ ਦੱਸ ਦਿੱਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਕਿਹੋ ਜਿਹੇ ਕਾਰਜ ਕਰਨੇ ਨੇ। ਤੇ ਵਾਕਿਆ ਹੀ ਹੈ, ਗੁਰੂ ਤੇਗ ਬਹਾਦਰ ਮਹਾਰਾਜ ਜੀ, ਇਹ ਤੁਹਾਡਾ ਸੋਹਣਾ ਪਾਵਨ ਪਵਿੱਤਰ ਸ਼ਬਦ, ਇਹ ਤੇ ਆਪ ਜੀ ਦੀ ਅਵਸਥਾ ਹੋ ਸਕਦੀ ਹੈ, ਜਿਹੜਾ ਕੰਚਨ ਤੇ ਮਾਟੀ, ਸੋਨੇ ਤੇ ਮਿੱਟੀ ਨੂੰ ਇੱਕੋ ਕਰਕੇ ਜਾਣੇ, ਜਿਹਨੂੰ ਆਪਣੀ ਵਡਿਆਈ ਦਾ ਕੋਈ ਦਿਲ ਦੇ ਵਿੱਚ ਕੋਈ ਫੁੱਲ ਨਾ ਖਿੜਦੇ ਹੋਣ, ਵਡਿਆਈ ਸੁਣ ਕੇ, ਨਿੰਦਿਆ ਸੁਣ ਕੇ ਗੁੱਸਾ ਨਾ ਆਉਂਦਾ ਹੋਵੇ, ਨਾਰਾਜ਼ ਨਾ ਹੁੰਦਾ ਹੋਵੇ, ਉਸਤਤ, ਨਿੰਦਾ, ਮਾਣ, ਵਡਿਆਈ, ਸੋਨਾ, ਮਿੱਟੀ, ਮਾਣ, ਅਪਮਾਨ ਜਿਹਦੇ ਲਈ ਇੱਕੋ ਜਿਹੇ ਹੋਣ, ਉਹ ਤੁਹਾਡੇ ਤੋਂ ਬਿਨਾ ਹੋਰ ਕੌਣ ਹੋ ਸਕਦਾ ਹੈ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿ, ਤੇ ਕਟ ਬ੍ਰਹਮ ਨਿਵਾਸਾ, ਤੇ ਕਟ ਬ੍ਰਹਮ ਨਿਵਾਸਾ। ਇਸੇ ਤਰ੍ਹਾਂ ਦੇ ਅਨੇਕਾਂ ਕੌਤਕ ਕਰਦੇ, ਜਿਉਂ-ਜਿਉਂ ਸਤਿਗੁਰੂ ਵੱਡੇ ਹੋ ਰਹੇ ਨੇ ਉਮਰ ਦੇ ਵਿੱਚ,
ਉਹਨਾਂ ਦੀ ਸ਼ਖਸੀਅਤ, ਉਹਨਾਂ ਦਾ ਵਿਅਕਤੀਤਵ, ਪਰਸਨੈਲਿਟੀ ਨਿਖਰ ਕੇ ਸਾਹਮਣੇ ਆ ਰਹੀ ਹੈ ਸਾਰਿਆਂ ਦੇ। ਤੇ ਸਾਰੇ ਜਾਣਦੇ ਸਨ ਕਿ ਇਹਨਾਂ ਦੀ ਅਵਸਥਾ ਕੁਝ ਵੱਖਰੀ ਜਿਹੀ ਹੈ ਬਾਕੀ ਭਰਾਵਾਂ ਦੇ ਨਾਲੋਂ। ਤੇ ਜਦੋਂ ਵਿਆਹ ਦਾ ਦਿਨ ਆਇਆ, ਸ਼ਾਦੀ ਹੋਈ ਮਾਤਾ ਗੁਜਰੀ ਜੀ ਦੇ ਨਾਲ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਾਦੀ ਹੋਈ। ਵਿਆਹ ਹੋ ਗਿਆ ਮਾਤਾ ਗੁਜਰੀ ਜੀ ਦੇ ਨਾਲ ਕਰਤਾਰਪੁਰ ਦੀ ਧਰਤੀ ਤੇ। ਜਦੋਂ ਜੰਗ ਲੱਗੀ, ਛੇਵੇਂ ਪਾਤਸ਼ਾਹ ਜੀ ਦੀ ਜ਼ਿੰਦਗੀ ਦੀ ਆਖਰੀ ਜੰਗ ਸੀ। ਜਿਸ ਦਿਨ ਜੰਗ ਲੱਗੀ ਕਰਤਾਰਪੁਰ ਦੀ, ਬੜੇ ਥੋੜੇ ਦਿਨ ਹੋਏ ਸਨ ਉਸ ਦਿਨ ਸਤਿਗੁਰਾਂ ਦੇ ਵਿਆਹ ਹੋਏ ਨੂੰ, ਮੁਕਲਾਵਾ ਆਏ ਨੂੰ। ਜੰਗ ਛਿੜੀ ਹੋਈ ਸੀ। ਜੰਗ ਦੇ ਮੈਦਾਨ ਵੱਲ ਨੂੰ ਵੇਖ ਰਹੀਆਂ ਸਨ ਮਾਈਆਂ ਬੀਬੀਆਂ, ਮਕਾਨਾਂ ਦੀਆਂ ਛੱਤਾਂ ਤੇ ਉੱਪਰਲੀਆਂ ਤੇ ਚੜ੍ਹ ਕੇ ਮਾਤਾ ਨਾਨਕੀ, ਮਾਤਾ ਦਮੋਦਰੀ, ਨਵੀਂ ਵਿਆਹੀ ਹੋਈ ਬਹੂ ਦੇ ਰੂਪ ਦੇ ਵਿੱਚ ਮਾਤਾ ਗੁਜਰੀ ਜੀ, ਇਹ ਸਾਰੀਆਂ ਗੁਰੂ ਕੇ ਘਰ ਦੀਆਂ ਬੀਬੀਆਂ ਮਾਈਆਂ ਮਚੇ ਹੋਏ ਜੰਗ ਵੱਲ ਨੂੰ ਵੇਖ ਰਹੀਆਂ ਸਨ। ਲੋਹੇ ਤੇ ਲੋਹਾ ਖੜਕਦਾ, ਅੱਗ ਦੇ ਅੰਗਿਆਰ ਨਿਕਲਦੇ, ਚੰਗਿਆੜੇ ਨਿਕਲਦੇ, ਮਾਰ ਲੋ ਫੜ ਲੋ ਦੀਆਂ ਆਵਾਜ਼ਾਂ, ਅਕਾਲ ਦੀਆਂ ਗੂੰਜਾਂ ਪੈ ਰਹੀਆਂ। ਤੇ ਮਾਤਾ ਨਾਨਕੀ ਜੀ ਦੀ ਨਿਗਾਹ ਪੈ ਗਈ। 16-17 ਵਰਿਆਂ ਦੀ ਉਮਰ ਤੇ ਗੁਰੂ ਤੇਗ ਬਹਾਦਰ ਜੀ ਉਦੋਂ ਨਾਮ ਤਿਆਗ ਮੱਲ ਹੈ। ਉਹ ਜੰਗ ਦੇ ਮੈਦਾਨ ਵਿੱਚ ਘੋੜੇ ਤੇ ਚੜ੍ਹ ਕੇ ਦੁਸ਼ਮਣਾਂ ਦੇ ਨਾਲ ਦੋ ਹੱਥ ਕਰਦੇ ਨਜ਼ਰ ਪੈ ਗਏ ਮਾਤਾ ਨਾਨਕੀ ਜੀ ਦੇ। ਉਸੇ ਵੇਲੇ ਆਪਣੇ ਦਿਲ ਤੇ ਹੱਥ ਰੱਖਿਆ ਤੇ ਇੱਕ ਸੇਵਾਦਾਰ ਨੂੰ ਭਜਾਇਆ, ਕਹਿੰਦੇ ਜਾ ਭੱਜ ਕੇ ਜਾ ਕੇ ਤਿਆਗਮੱਲ ਨੂੰ ਆਖ ਕਿ ਬੇਟਾ ਜੀ ਤੁਹਾਨੂੰ ਛੇਤੀ ਆਓ, ਇੱਧਰ ਤੁਹਾਨੂੰ ਛੇਤੀ ਬੁਲਾਇਆ ਹੈ। ਕੱਲ ਤੇ ਹਜੇ ਮੁਕਲਾਵਾ ਲੈ ਕੇ ਆਏ ਹੋ। ਲੜਨੇ ਨੂੰ ਗੁਰੂ ਸਾਹਿਬ ਜੀ ਦੇ ਸਿੱਖ ਬੜੇ ਨੇ, ਹੋਰ ਗੁਰੂ ਕੋਲ ਘਾਟਾ ਨਹੀਂ, ਤੇ ਤੁਸੀਂ ਆ ਜਾਓ। ਤੁਸੀਂ ਤੇ ਹੁਣੇ ਹਜੇ ਮੁਕਲਾਵਾ ਲੈ ਕੇ ਆਏ ਹੋ, ਤੁਸੀਂ ਨਹੀਂ ਜੰਗ ਕਰਨੀ, ਤੁਸੀਂ ਵਾਪਸ ਆ ਜਾਓ। ਸੇਵਾਦਾਰ ਨੇ ਜਾ ਕੇ ਜਦੋਂ ਸੁਨੇਹਾ ਦਿੱਤਾ ਗੁਰੂ ਤੇਗ ਬਹਾਦਰ ਜੀ ਨੂੰ, ਤੇ ਮੋੜਮਾ ਸੁਨੇਹਾ ਵੇਖੋ ਕੀ ਭੇਜਿਆ। ਸੇਵਾਦਾਰ ਨੂੰ ਸੁਨੇਹਾ ਭੇਜਿਆ ਕਿ ਮਾਤਾ ਜੀ ਜੰਗ ਦੇ ਮੈਦਾਨ ਵਿੱਚੋਂ ਸੂਰਮੇ ਦੋ ਗੱਲਾਂ ਦੇ ਨਾਲ ਹੀ ਵਾਪਸ ਆਉਂਦੇ ਨੇ। ਜਾਂ ਤੇ ਸੂਰਮਾ ਜੰਗ ਜਿੱਤ ਕੇ ਵਾਪਸ ਆਉਂਦਾ ਏ, ਨਹੀਂ ਤੇ ਸੂਰਮੇ ਦੀ ਲਾਸ਼ ਆਉਂਦੀ ਹੁੰਦੀ ਏ। ਯੋਧੇ ਕਦੇ ਜੰਗ ਦੇ ਮੈਦਾਨ ਵਿੱਚੋਂ ਹਾਰ ਕੇ ਵਾਪਸ ਨਹੀਂ ਆਉਂਦੇ ਹੁੰਦੇ। ਜਿੱਤ ਗਏ ਫਿਰ ਗੁਰੂ ਦਾ ਜਸ ਕਰਦੇ ਆਵਾਂਗੇ, ਹਾਰ ਗਏ ਤੇ ਫਿਰ ਮੈਂ ਨਹੀਂ ਆਵਾਂਗਾ, ਲਾਸ਼ ਆਵੇਗੀ, ਹੁਣ ਨਹੀਂ ਆਉਂਦੇ ਵਾਪਸ। ਭਾਵ ਕਿ ਇਸ ਤਰ੍ਹਾਂ ਦਾ ਵਿਅਕਤੀਤਵ ਵੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ, ਜਿਹੜਾ ਕਿਸੇ ਨੂੰ ਪਤਾ ਨਹੀਂ। ਕਰਤਾਰਪੁਰ ਦੀ ਜੰਗ ਖਤਮ ਹੋਈ, ਸਤਿਗੁਰਾਂ ਦੀ ਜਿੱਤ ਹੋਈ, ਤੇ ਮੈਦਾਨੇ ਜੰਗ ਵਿੱਚੋਂ ਫਤਿਹ ਹੋ ਕੇ ਜਦੋਂ ਵਾਪਸ ਆਏ, ਛੇਵੇਂ ਪਾਤਸ਼ਾਹ ਜੀ ਨੇ ਲੜਦਿਆਂ ਹੋਇਆਂ ਵੇਖਿਆ ਸੀ। ਉਹਨਾਂ ਨੂੰ 15-16 ਵਰਿਆਂ ਦੀ ਉਮਰ ਵਿੱਚ ਤੇਗ ਦੇ ਜੌਹਰ ਆਹੂ ਲਾਉਂਦਿਆਂ ਜਦੋਂ ਤੱਕਿਆ ਸੀ, ਉਦੋਂ ਉਹਨਾਂ ਬਚਨ ਕੀਤਾ ਸੀ ਕਿ ਤੁਹਾਡਾ ਨਾਮ ਤਿਆਗਮੱਲ ਨਹੀਂ, ਤੁਸੀਂ ਤੇ ਤੇਗ ਬਹਾਦਰ ਹੋ। ਜਿਸ ਢੰਗ ਦੇ ਨਾਲ ਅੱਜ ਤੁਸੀਂ ਤੇਗ ਵਾਈ ਏ, ਤੇ ਤੁਸੀਂ ਤਿਆਗਮੱਲ ਨਹੀਂ, ਤੁਸੀਂ ਤੇਗ ਬਹਾਦਰ ਹੋ। ਉਸੇ ਦਿਨ ਤੋਂ ਹੀ ਕਈ ਇਤਿਹਾਸਕਾਰ ਮੰਨਦੇ ਨੇ ਕਿ ਸਤਿਗੁਰਾਂ ਦਾ ਨਾਮ ਤੇਗ ਬਹਾਦਰ ਉਦੋਂ ਤੋਂ ਪੱਕਾ ਹੋ ਗਿਆ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ।
आत्म जिणै सगल वसता कै, जां का सतगुर पूरा। जां का सतगुर पूरा, जाको हर रंग लागो इस युग में, सो कहियत है सूरा। आत्म जिण सगल वसता कै, जां का सतगुर पूरा। सतगुरु कहते ने कि सूरमे भी ਉਹੀ बन सकते ने जिन्हां नूं पहले भगती दा हरि दा रंग चढ़िया होया होवे। शांति सिपाही बन सकता है असल विच, तो उन्हां दे हरि दे नाम दे रंग विच रंगे होण दा सबूत बड़ा वड्डा बाबा बकाला साहब है। जदों करतारपुर दी जंग समाप्त हुई, इस जंग तो बाद छेवें पातशाह जी ने यह इलाका सारा त्याग दिता। माझेदड़ ते दुआबे दा यह सारा इलाका त्याग सतलुजों पार जाके शिवालिक दियां पहाड़ियां दे विच जाके सतगुरां ने नवां नगर बसाया, जिन्हों कीरतपुर साहिब कहते हैं। वो छेवें पातशाह जी ने नवां नगर बसाया सी। कीरतपुर साहिब सिੱਖੀ ਦਾ ਕੇਂਦਰ बन गया। छेवें पातशाह उत्थे चले गए और छेवें सतवें अठवें पातशाह तक सिੱਖੀ ਦਾ ਕੇਂਦਰ कीरतपुर साहिब ही रहा। ते जदों छेवें सतगुरां ने शरीर त्यागना सी, ते जदों शरीर त्यागण तो पहला अपने परिवार नूं, अपने सारे सेवादारां नूं सेवा नियत कर दित्तियां कि तुसां की करना है, तुसां कित्थे जाना है। सारियां दियां ड्यूटियां थां थाई ला के ते जेड़े गुरु नानक दे घर दी गद्दी सी, ਉਹ अपने पुत्रां दे विचों किसे नूं भी नहीं दित्ती। 4 सपुत्र सन उदों जिउंदे। एक ते चले गए सन बाबा अटल जी, जिन्हां दी जगह अमृतसर है, बाबा अटल जी दा स्थान। ਉਹ ਤੇ बचपन विच ही चले गए ते बाकी सपुत्र जिउंदे सन। किसे नूं गुरगद्दी नहीं दित्ती ते गुरगद्दी देने लई सतगुरां ने चुनिया अपने पोतरे नूं। 7वें पातशाह हर राय जी बाबा गुरदित्ता जी दे सपुत्र ने। इस तरह वो उन्हां दे पोतरे लगदे ने, पोतरे। अपने पोतरे नूं गद्दी दे दित्ती। संगत सारी बड़ी हैरान है, पर जो सतगुरां दा हुक्म सारियां मन्निया सिर मत्थे ते। तो जदों इस तरह सारियां नूं ड्यूटियां ला दित्तियां, समझा दिता ते आख दिता कि असां सचखंड प्याना कर जाना है। माता नानकी जी सतगुरां दे कोल आए, छेवें पातशाह जी दे कोल आके कहण लगे, मेरे मालिक, मेरे स्वामी जी, तुसां सारियां नूं बख्शिशां कर दित्तियां ने, पर मेरी बेनती है कि अपने इस पुत्र वाल भी जरा निगाह मारनी सी। ਇਹ ਤੇ ਦੁਨੀਆਦਾਰੀ ਵਿੱਚ ਮੋਹ ਨਹੀਂ ਰੱਖ ਰਹੇ ਕੋਈ, ਆਪਣੀ ਧੁਨ ਵਿੱਚ ਮਸਤ ਰਹਿੰਦੇ ਨੇ, ਭਗਤੀ ਵਿੱਚ ਲੀਨ ਰਹਿੰਦੇ ਨੇ। ਨਾ ਇਹਨਾਂ ਨੂੰ ਕੋਈ ਚਤਰਾਈ ਚਲਾਕੀ ਆਉਂਦੀ ਏ, ਨਾ ਕੋਈ ਦੁਨੀਆਦਾਰੀ ਦੇ ਦਾਅ ਪੇਚ ਕਰਦੇ ਨੇ। ਇਹਨਾਂ ਦੇ ਬਾਰੇ ਸਤਿਗੁਰੂ ਕੀ ਸੋਚਿਆ ਹੈ, ਇਹਨਾਂ ਦਾ ਕਿਵੇਂ ਗੁਜ਼ਾਰਾ ਹੋਵੇਗਾ, ਬੜੇ ਭੋਲੇ ਨੇ। ਇਹ ਗੱਲ ਸੁਣ ਕੇ ਛੇਵੇਂ ਪਾਤਸ਼ਾਹ ਜੀ ਨੇ ਆਖਿਆ ਸੀ, ਨਾਨਕੀ ਇਹਨਾਂ ਦਾ ਹਾਲੀ ਸਮਾਂ ਨਹੀਂ ਆਇਆ। ਜਿੰਨੀ ਦੇਰ ਸਮਾਂ ਨਹੀਂ ਆਉਂਦਾ ਤੁਸਾਂ ਚਲੇ ਜਾਣਾ ਹੈ ਆਪਣੇ ਪੇਕੇ ਪਿੰਡ ਬਕਾਲੇ। ਉਦੋਂ ਬਕਾਲਾ ਹੀ ਕਹਿੰਦੇ ਸਨ ਕੱਲੜ, ਬਾਬਾ ਬਕਾਲਾ ਬਾਅਦ ਵਿੱਚ ਨਾਮ ਪਵੇਗਾ। ਬਕਾਲੇ ਚਲੇ ਜਾਓ, ਆਪਣੇ ਪੁੱਤਰ ਨੂੰ ਤੇ ਆਪਣੀ ਨੂੰਹ ਗੁਜ਼ਰੀ ਨੂੰ ਵੀ ਨਾਲ ਲੈ ਜਾਓ। ਉੱਥੇ ਰਹਿ ਕੇ ਇਸ ਤੁਹਾਡੇ ਸਪੁੱਤਰ ਨੇ ਕਰਨੀ ਹੈ ਬੰਦਗੀ ਭਗਤੀ। ਉਨੀ ਦੇਰ ਇਹ ਭਗਤੀ ਕਰਨਗੇ ਤੇ ਜਿਸ ਦਿਨ ਇਹਨਾਂ ਦਾ ਸਮਾਂ ਆਵੇਗਾ ਨਾਨਕੀ ਵੇਖਿਓ, ਫਿਰ ਗੁਰੂ ਨਾਨਕ ਦੇ ਘਰ ਦੀਆਂ ਲਹਿਰਾਂ ਪੈਰਾਂ ਕਿਵੇਂ ਨਵਾਂ ਰੰਗ ਲੈਂਦੀਆਂ ਨੇ। ਤੇ ਜਿੰਨੀ ਦੇਰ ਸਮਾਂ ਨਹੀਂ ਉਨੀ ਦੇਰ ਇਹਨਾਂ ਨੂੰ ਭਗਤੀ ਕਰਨ ਦਿਓ। ਉੱਥੇ
ਤੋ ਸਤਿਗੁਰਾਂ ਦਾ ਹੁਕਮ ਆ ਕੇ ਹੀ ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ, ਮਾਤਾ ਗੁਜਰੀ ਜੀ ਆ ਗਏ ਬਕਾਲੇ ਪਿੰਡ। ਤੇ ਬਕਾਲੇ ਪਿੰਡ ਰਹਿ ਕੇ ਫਿਰ ਉਹਨਾਂ ਨੇ ਜਿਹੜਾ ਭੋਰੇ ਦੇ ਵਿੱਚ ਤਪੱਸਿਆ ਕਰਨ ਦਾ ਜ਼ਿਕਰ ਆਉਂਦਾ ਹੈ, ਇੱਕ ਦਿਨ ਦੋ ਦਿਨ ਨਹੀਂ, 26 ਸਾਲ ਲਗਾਤਾਰ, 27 ਵਰਿਆਂ ਦੇ ਨੇੜੇ ਤੇੜੇ, 26 ਸਾਲ 9 ਮਹੀਨੇ 13 ਦਿਨ ਮੰਨਦੇ ਨੇ ਇਤਿਹਾਸਕਾਰ ਕਿ ਸਤਿਗੁਰਾਂ ਨੇ ਭੋਰੇ ਦੇ ਵਿੱਚ ਰਹਿ ਕੇ ਬੰਦਗੀ ਕੀਤੀ ਤੇ ਕਦੇ ਕਿਸੇ ਦੇ ਮੱਥੇ ਨਹੀਂ ਲੱਗੇ। ਦਿਨੇ ਸਾਰਾ ਦਿਨ ਅੰਦਰ ਰਹਿੰਦੇ ਨੇ ਭੋਰੇ ਵਿੱਚ, ਰਾਤ ਨੂੰ ਨਿਕਲਦੇ ਨੇ ਟਿਕੀ ਹੋਈ ਰਾਤ ਨੂੰ, ਕਿਸੇ ਦੇ ਮੱਥੇ ਨਹੀਂ ਲੱਗਦੇ। ਇੱਕ ਵਾਰ ਥੋੜਾ ਜਿਹਾ ਭੋਜਨ ਛਕਦੇ ਨੇ, ਉਹ ਵੀ ਰਾਤ ਨੂੰ ਮਾੜੀ ਜਿਹੀ ਹਵਾ ਖੋਰੀ ਲਈ ਬਾਹਰ ਆਉਂਦੇ ਨੇ, ਫਿਰ ਸਾਰਾ ਦਿਨ ਤੇ ਰਾਤ ਭੋਰੇ ਵਿੱਚ ਰਹਿੰਦੇ ਨੇ। ਕਿਸੇ ਦੇ ਨਾਲ ਕੋਈ ਮੋਹ ਨਹੀਂ, ਕਿਸੇ ਨਾਲ ਕੋਈ ਲਗਾ ਨਹੀਂ। ਔਰ ਵੇਖੋ, ਪਤਾ ਹੈ ਕਿ ਉਹ ਕੀਰਤਪੁਰ ਸਾਹਿਬ ਦੀ ਧਰਤੀ, ਜਿੱਥੇ ਪਰਿਵਾਰ ਦੇ ਹੋਰ ਸੋਢੀ ਪਰਿਵਾਰਾਂ ਨੇ ਕਬਜ਼ੇ ਕੀਤੇ ਨੇ, ਜਿੱਥੇ ਪਤਾ ਹੈ ਕਿ ਮੇਰਾ ਹੱਕ ਬਣਦਾ ਹੈ, ਪਰ ਉਹਨਾਂ ਸਾਰੀਆਂ ਚੀਜ਼ਾਂ ਤੋਂ ਮੁੱਖ ਮੋੜ ਕੇ ਬਸ ਇੱਕੋ ਮਾਲਕ ਦੇ ਰੰਗ ਵਿੱਚ ਰੰਗੇ ਹੋਏ ਭੋਰੇ ਵਿੱਚ ਬੈਠੇ ਨੇ। ਤੇ ਮਾਤਾ ਗੁਜਰੀ ਜੀ ਦਾ ਵੀ ਧਿਆਨ ਧਰੋ ਇੱਕ ਵਾਰ। ਵੇਖੋ ਮਾਤਾ ਗੁਜਰੀ ਜੀ ਦੀ ਘਾਲਣਾ ਕਮਾਈ। ਸਾਧ ਸੰਗਤ, ਐਵੇਂ ਨਹੀਂ ਕਲਗੀਆਂ ਵਾਲੇ ਦਾ ਜਨਮ ਹੁੰਦਾ ਮਾਂ ਗੁਜਰੀ ਜੀ ਦੀ ਕੁੱਖੋਂ। ਮਾਤਾ ਗੁਜਰੀ ਜੀ ਦੀ ਘਾਲਣਾ ਉਸ ਤਰ੍ਹਾਂ ਦੀ ਮਿਸਾਲ ਕੋਈ ਦਿੱਤੀ ਨਹੀਂ ਜਾ ਸਕਦੀ। ਮਾਤਾ ਗੁਜਰੀ ਜੀ ਨੇ ਜ਼ਿੰਦਗੀ ਭਰ ਵਿੱਚ ਜਿੰਨੇ ਕੁ ਦੁੱਖ, ਜਿੰਨੀਆਂ ਪੀੜਾਂ ਹੰਢਾਈਆਂ ਤੇ ਸਾਨੂੰ ਸਬਕ ਦਿੱਤਾ ਕਿ ਕਿਵੇਂ ਰੱਬ ਦੇ ਭਾਣੇ ਵਿੱਚ ਰਾਜੀ ਰਹਿਣਾ ਹੈ। 4 ਸਾਲ ਜ਼ਿੰਦਗੀ ਦੇ, ਕੇਵਲ 4 ਸਾਲ ਉਹਨਾਂ ਦੇ ਐਸੇ ਨੇ ਜਦੋਂ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬਹਾਰ ਵੇਖੀ। ਬਹਾਰ ਕੇਵਲ 4 ਵਰੇ ਗਿਣਤੀ ਦੇ, ਨਹੀਂ ਤੇ ਪਤਝੜ ਰਹੀ ਸਾਰੀ ਜ਼ਿੰਦਗੀ। ਸਾਰੀ ਜ਼ਿੰਦਗੀ ਉਹਨਾਂ ਨੇ ਦੁੱਖਾਂ ਤਕਲੀਫਾਂ ਨੂੰ ਸਿਰੇ ਮੱਥੇ ਪ੍ਰਵਾਨ ਕਰਦਿਆਂ ਗੁਜ਼ਾਰੀ, ਕਿਉਂਕਿ ਬਚਪਨ ਵਿੱਚ ਹੀ ਵਿਆਹ ਹੋ ਗਿਆ ਸੀ। ਉਹ ਤੇ ਬਚਪਨ ਦੀ ਉਮਰ ਸੀ ਹਾਲੀ, ਤੇ ਵਿਆਹ ਹੋਣ ਤੋਂ ਬਾਅਦ ਛੇਤੀ ਸਤਿਗੁਰੂ ਭੋਰੇ ਵਿੱਚ ਬਹਿ ਗਏ ਨੇ। ਤੇ ਕਿਸੇ ਔਰਤ ਦਾ ਪਤੀ 27 ਸਾਲ ਭੋਰੇ ਵਿੱਚ ਬੈਠਾ ਰਵੇ, ਸਾਰੀ ਦੀ ਸਾਰੀ ਜਵਾਨੀ ਲੰਘ ਗਈ। ਮਾਤਾ ਜੀ ਦੀ ਭੋਰੇ ਦੇ ਬਾਹਰ ਬੈਠਿਆਂ ਸੇਵਾ ਵਿੱਚ ਪਹਿਰਾ ਦਿੰਦੇ 27 ਸਾਲ ਲਗਾਤਾਰ ਗਿਣ ਕੇ ਵੇਖੋ। ਭਾਵ ਕਿ ਜਵਾਨੀ ਦੀ ਜਿੰਨੀ ਕੁ ਉਮਰ ਹੁੰਦੀ ਏ, ਉਹ ਸਾਰੀ ਦੀ ਸਾਰੀ ਭੋਰੇ ਦੇ ਸਾਹਮਣੇ ਬਹਿ ਕੇ ਸੇਵਾ ਕਰਦਿਆਂ ਗੁਜ਼ਾਰੀ। ਲੋਕ ਬੜੀ ਨਫ਼ਰਤ ਕਰਦੇ ਸਨ, ਜਿਹੜੇ ਪਰਿਵਾਰ ਦੇ ਹੋਰ ਮੈਂਬਰ ਸਨ, ਬਾਕੀ ਸ਼ਰੀਕੇ ਦੇ, ਉਹ 9ਵੇਂ ਪਾਤਸ਼ਾਹ ਜੀ ਨੂੰ ਰਮਲਾ ਕਮਲਾ ਜਿਹਾ ਮੰਨਦੇ ਸਨ। ਇੱਥੋਂ ਤੱਕ ਵੀ ਲਿਖਿਆ ਮਿਲਦਾ ਇਤਿਹਾਸ ਵਿੱਚ, ਜਦੋਂ ਮੱਖਣ ਸ਼ਾਹ ਨੇ ਆਣ ਕੇ ਸਤਿਗੁਰਾਂ ਨੂੰ ਪ੍ਰਗਟ ਕੀਤਾ ਸੀ ਭੋਰੇ ਦੇ ਵਿੱਚੋਂ, ਤੇ ਉਦੋਂ ਮੱਖਣ ਸ਼ਾਹ ਨੂੰ ਲੋਕਾਂ ਨੇ ਦੱਸਿਆ ਸੀ, ਨਿਆਣਿਆਂ ਨੇ, ਨਿੱਕੇ ਨਿੱਕਿਆਂ ਨੇ, ਕਿ ਇੱਕ ਸੰਤ ਇੱਥੇ ਵੀ ਰਹਿੰਦਾ ਹੈ ਭੋਰੇ ਵਿੱਚ, ਉਹ ਬਾਹਰ ਨਹੀਂ ਆਉਂਦਾ। ਜਦੋਂ ਬਾਹਰ ਨਿਕਲਦਾ ਇਹ ਲੋਕ ਇੱਟਾਂ ਵੱਟੇ ਵੀ ਨਿਆਣੇ ਮਾਰਦੇ ਨੇ, ਤੇ ਸਾਰੇ ਉਹਨੂੰ ਤੇਗਾ ਕਮਲਾ ਕਹਿੰਦੇ ਨੇ। ਇਦਾਂ ਦੇ ਸ਼ਬਦ ਵੀ ਵਰਤੇ ਸੰਸਾਰ ਨੇ ਸਤਿਗੁਰਾਂ ਲਈ। ਤੇ ਮਾਤਾ ਗੁਜਰੀ ਜੀ 27 ਵਰੇ ਗੁਜ਼ਾਰੇ ਆਪਣੇ ਪਤੀ ਦੇ ਦਰਵਾਜ਼ੇ ਤੇ ਬੈਠ ਕੇ। ਦਰਸ਼ਨ ਤੱਕ ਕਰਨ ਦੀ ਆਗਿਆ ਨਹੀਂ ਸੀ, ਹੁਕਮ ਇੰਨਾ ਹੀ ਹੁਕਮ ਹੁੰਦਾ ਸੀ ਕਿ ਪ੍ਰਸ਼ਾਦਾ ਰੱਖ ਦੇਣਾ 24 ਘੰਟਿਆਂ ਬਾਅਦ ਤੇ ਚਲੇ ਜਾਣਾ। ਸਤਿਗੁਰਾਂ ਨੇ ਲੰਗਰ ਛਕ ਕੇ ਭਾਂਡੇ ਉੱਥੇ ਰੱਖ ਦੇਣੇ। ਇੱਕ ਝਲਕ ਤੱਕ ਨਹੀਂ ਮਿਲੀ 27 ਸਾਲ ਆਪਣੇ ਪਤੀ ਦੇ ਦਰਸ਼ਨ ਕਰਨੇ ਨੂੰ। 27 ਵਰੇ ਗੁਜ਼ਾਰੇ ਤੇ ਜਦੋਂ ਭੋਰੇ ਦੇ ਵਿੱਚੋਂ ਨਿਕਲੇ, ਮੱਖਣ ਸ਼ਾਹ ਵਾਲੀ ਸਾਖੀ ਹੋਈ, ਸੁਣੀ ਆ ਤੁਸੀਂ ਕਈ ਵਾਰ। ਉਸ ਤੋਂ ਬਾਅਦ ਸਤਿਗੁਰੂ ਚਲੇ ਗਏ ਅਸਾਮ ਦੇਸ਼ ਵੱਲ ਨੂੰ, ਹਿੰਦੁਸਤਾਨ ਦੇ ਚੜ੍ਹਦੇ ਪਾਸੇ ਨੂੰ ਤਾਰਨੇ ਲਈ ਅਸਾਮ ਵੱਲ ਨੂੰ ਚਲੇ ਗਏ। ਮਾਤਾ ਗੁਜਰੀ ਨੂੰ ਜਾਂਦਿਆਂ ਜਾਂਦਿਆਂ ਛੱਡ ਗਏ ਪਟਨਾ ਸਾਹਿਬ ਦੀ ਧਰਤੀ ਤੇ, ਕਿਉਂਕਿ ਉਦੋਂ ਜਨਮ ਹੋਣ ਵਾਲਾ ਸੀ।
27 ਵਰੇ ਤੇ ਇਕੱਠੇ ਹੀ ਨਹੀਂ ਹੋ ਸਕੇ। 27 ਵਰੇ ਤੇ ਸਤਿਗੁਰੂ ਭੋਰੇ ਵਿੱਚ, ਮਾਤਾ ਜੀ ਬਾਹਰ ਸੇਵਾ ਵਿੱਚ ਰਹੇ। ਪ੍ਰਗਟ ਹੋਣ ਤੋਂ ਬਾਅਦ ਆਪਣੇ ਪਤੀ ਪਰਮੇਸ਼ਰ ਦਾ ਸਾਥ ਮਿਲਿਆ, ਸੇਵਾ ਮਿਲੀ। ਉਸੇ ਦੌਰਾਨ ਫਿਰ ਪਟਨਾ ਸਾਹਿਬ ਜਾਂਦਿਆਂ ਜਾਂਦਿਆਂ ਛੱਡ ਗਏ ਕਿ ਕਲਗੀਧਰ ਮਹਾਰਾਜ ਜੀ ਦਾ ਜਨਮ ਹੋਣੇ ਵਾਲੇ ਦਿਨ ਨੇੜੇ ਸਨ। ਉਹਨਾਂ ਨੂੰ ਨਾਲ ਨਹੀਂ ਲੈ ਕੇ ਗਏ ਸਤਿਗੁਰੂ ਅਸਾਮ ਵੱਲ ਨੂੰ, ਆਪ ਚਲੇ ਗਏ ਉੱਥੇ। ਮਾਤਾ ਗੁਜਰੀ ਜੀ ਇੱਥੇ ਰਹੇ। 4 ਵਰੇ 5 ਵਰੇ ਇੱਥੇ ਗੁਜ਼ਾਰੇ, ਆਪਣੇ ਸਾਹਿਬਜ਼ਾਦੇ ਨੂੰ ਪਾਲਦਿਆਂ ਤੇ ਪਤੀ ਪਰਮੇਸ਼ਰ ਤੋਂ ਦੂਰ ਰਹਿ ਕੇ ਫਿਰ ਕੱਲਿਆਂ ਨੇ। 5 ਵਰਿਆਂ ਦੀ ਉਮਰ ਹੋਈ ਜਦੋਂ ਕਲਗੀਧਰ ਮਹਾਰਾਜ ਜੀ ਦੀ ਫਿਰ ਸਤਿਗੁਰੂ ਅਸਾਮ ਵੱਲੋਂ ਆਏ, ਅਨੰਦਪੁਰ ਸਾਹਿਬ ਆਏ ਤੇ ਸੁਨੇਹਾ ਭੇਜਿਆ ਪਟਨਾ ਸਾਹਿਬ ਕਿ ਆ ਜਾਓ ਸਾਹਿਬਜ਼ਾਦੇ ਨੂੰ ਨਾਲ ਲੈ ਕੇ। ਤੇ ਨਾਲ ਲੈ ਕੇ ਜਦੋਂ ਪਟਨੇ ਦੀ ਧਰਤੀ ਤੋਂ ਮਾਤਾ ਜੀ ਬਾਲ ਗੋਬਿੰਦ ਰਾਏ ਜੀ ਨੂੰ ਨਾਲ ਲੈ ਕੇ ਇੱਥੇ ਆਏ ਅਨੰਦਪੁਰ ਸਾਹਿਬ, ਉਦੋਂ ਫਿਰ ਲਹਿਰਾਂ ਵਹਿਰਾਂ ਮੁੜ ਕੇ ਜ਼ਿੰਦਗੀ ਵਿੱਚ ਲੱਗੀਆਂ। 4 ਸਾਲ ਆਪਣੇ ਪੁੱਤਰ ਤੇ ਆਪਣੇ ਪਤੀ ਦੇ ਕੋਲ ਰਹਿ ਕੇ ਆਪਣੇ ਵਿਹੜੇ ਵਿੱਚ ਨਸਦੀਆਂ ਬਹਾਰਾਂ ਨੂੰ ਵੇਖਿਆ। 4 ਵਰੇ ਕੇਵਲ 4 ਸਾਲ ਇਕੱਠੇ ਰਹੇ ਸਤਿਗੁਰਾਂ ਦੇ ਕੋਲ, ਭਰਿਆ ਪਰਿਵਾਰ ਤੇ ਆਪਣਾ ਪੁੱਤਰ ਵੀ ਕੋਲ, ਪਤੀ ਵੀ ਕੋਲ। ਔਰਤ ਦੀ ਜ਼ਿੰਦਗੀ ਵਿੱਚ ਸਭ ਤੋਂ ਸੁਹਾਵਣਾ ਸਮਾਂ ਉਹੀ ਹੁੰਦਾ ਹੈ ਜਦੋਂ ਪਤੀ ਵੀ ਕੋਲ ਹੋਵੇ, ਔਲਾਦ ਵੀ ਕੋਲ ਹੋਵੇ। ਉਹ 4 ਵਰੇ ਜ਼ਿੰਦਗੀ ਵਿੱਚ ਬਹਾਰ ਵੇਖੀ। 9 ਵਰਿਆਂ ਦੀ ਉਮਰ ਹੋ ਗਈ ਕਲਗੀਧਰ ਮਹਾਰਾਜ ਜੀ ਦੀ। ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਸਤਿਗੁਰੂ ਚਲੇ ਜਾਂਦੇ ਨੇ ਸ਼ਹੀਦੀ ਪਾਉਣ। ਬਹਾਰਾਂ ਉੱਡ ਗਈਆਂ। ਫਿਰ 4 ਵਰਿਆਂ ਦੀ ਬਹਾਰ ਆਈ ਸੀ। ਫਿਰ ਕਹਿੰਦੇ ਚਾਂਦਨੀ ਰਾਤ ਮੁੱਕ ਗਈ। ਫਿਰ ਉਜਾੜ ਜੇ ਸ਼ੁਰੂ ਹੋ ਗਏ ਜ਼ਿੰਦਗੀ ਵਿੱਚ। ਪਤੀ ਪਰਮੇਸ਼ਰ ਚਲੇ ਗਏ ਸੱਚਖੰਡ, ਤਿਲਕ ਜੰਜੂ ਦੀ ਰਾਖੀ ਕਰਦੇ ਆਪਾ ਵਾਰ ਗਏ। ਔਰ ਉਸ ਤੋਂ ਬਾਅਦ ਫਿਰ 10ਮ ਪਾਤਸ਼ਾਹ ਗਰਗੱਦੀ ਤੇ ਬੈਠੇ। ਰੋਜ਼ ਲੜਾਈਆਂ, ਰੋਜ਼ ਪਹਾੜੀਆਂ ਦੇ ਨਾਲ ਟੱਕਰਾਂ ਹੋਣੀਆਂ, ਮੱਥਾ ਲਾਉਣਾ, ਰੋਜ਼ ਉਲਾਮੇ ਜਿਹੇ ਆਉਣੇ। ਮਾਤਾ ਗੁਜਰੀ ਜੀ ਨੇ ਰੋਜ਼ ਸੁਣਨੇ। ਕਦੀ ਕਿਸੇ ਨੇ ਕਹਿਣਾ ਕਿ ਵੇਖੋ ਗੁਰੂ ਘਰ ਦੇ ਨੁਕਸਾਨ ਹੋਵੇਗਾ, ਸਰਕਾਰਾਂ ਨਾਲ ਮੱਥੇ ਲਾ ਕੇ ਕਦੇ ਕੁਝ ਨਹੀਂ ਖੱਟਿਆ। 5ਮ ਪਾਤਸ਼ਾਹ ਸ਼ਹੀਦ ਕੀਤੇ ਨੇ ਇਹਨਾਂ ਨੇ, 9ਵੇਂ ਪਾਤਸ਼ਾਹ ਸ਼ਹੀਦ ਹੋਏ ਨੇ, ਹੁਣ ਇਹ ਵੀ ਸਰਕਾਰ ਨਾਲ ਮੱਥਾ ਲਾਈ ਬੈਠੇ ਨੇ, ਤੁਸੀਂ ਸਮਝਾਓ। ਇਦਾਂ ਦੀਆਂ ਗੱਲਾਂ ਸੁਣਨ ਨੂੰ ਰੋਜ਼ ਮਿਲਦੀਆਂ ਰਹੀਆਂ। ਇਸੇ ਸਮੇਂ ਵਿੱਚ ਹੀ ਜੰਗਾਂ ਯੁੱਧਾਂ ਦੇ ਵਿੱਚ ਹੀ ਇੱਕ ਦਿਨ ਉਹ ਆਇਆ ਜਿੱਦਣ ਫਿਰ ਕਿਲਾ ਛੱਡਿਆ ਤੇ ਸਰਸਾ ਤੇ ਵਿਛੋੜੇ ਪਏ। ਨਿੱਕੇ ਨਿੱਕੇ ਬੱਚਿਆਂ ਨੂੰ ਲੈ ਕੇ ਦਾਦੀ ਫਿਰ ਕੁਰਬਾਨੀ ਦੇ ਰਾਹ ਤੇ ਤੁਰ ਪਈ ਤੇ ਨਾਲ ਬੱਚਿਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਹੁੰਦਿਆਂ ਵੇਖ ਆਪ ਵੀ ਸ਼ਹੀਦ ਹੋ ਗਏ 80 ਵਰਿਆਂ ਦੀ ਉਮਰ ਵਿੱਚ, ਬੁਢਾਪੇ ਵਿੱਚ। ਤੇ ਸਾਰੀ ਜ਼ਿੰਦਗੀ ਮਾਤਾ ਗੁਜਰੀ ਜੀ ਨੇ 4 ਵਰਿਆਂ ਤੋਂ ਇਲਾਵਾ ਕੋਈ ਦਿਨ ਵੇਖਿਆ ਨਹੀਂ ਖੁਸ਼ੀਆਂ ਖੇਡਿਆਂ ਦਾ। ਉਸ ਮਾਂ ਦੀ ਕੁਰਬਾਨੀ ਕਹਿਣ ਸੁਣਨ ਤੋਂ ਪਰੇ ਹੈ। ਤੋ ਇੱਧਰ ਬਾਬਾ ਬਕਾਲਾ ਵਿਖੇ ਜਦੋਂ ਸਤਿਗੁਰੂ ਰਹੇ ਲੰਮਾ ਸਮਾਂ 27 ਵਰੇ ਤੇ ਮਾਤਾ ਗੁਜਰੀ ਜੀ ਇਸ ਤਰ੍ਹਾਂ ਸੇਵਾ ਕਰਦੇ ਰਹੇ। ਮੱਖਣ ਸ਼ਾਹ ਜਦੋਂ ਆਇਆ, ਸਾਖੀ ਤੁਸੀਂ ਸੁਣੀ, ਮੈਂ ਥੋੜਾ ਜਿਹਾ ਜ਼ਿਕਰ ਕਰਨਾ ਹੈ ਉਸ ਗੱਲ ਦਾ ਕਿ ਮੱਖਣ ਸ਼ਾਹ ਜਦੋਂ ਉਹਦਾ ਬੇੜਾ ਬੰਨੇ ਲੱਗਾ, ਅਰਦਾਸ ਕੀਤੀ ਸੀ ਗੁਰੂ ਨਾਨਕ ਦੀ ਜੋਤ ਦੇ ਚਰਨਾਂ ਵਿੱਚ ਕਿ ਜਿੱਥੇ ਵੀ ਗੁਰੂ ਨਾਨਕ ਦੀ ਜੋਤ ਹੈ ਹੁਣ ਮੇਰਾ ਬੇੜਾ ਬੰਨੇ ਲਾਓ ਤੇ 500 ਮੋਹਰਾਂ ਆਪ ਜੀ ਦੇ ਚਰਨਾਂ ਵਿੱਚ ਭੇਟਾ ਕਰਾਂਗੇ। ਕੋਈ ਨਹੀਂ ਸੀ ਜਾਣਦਾ ਦੁਨੀਆ ਦਾ ਬੰਦਾ ਕਿ ਮੱਖਣ ਸ਼ਾਹ ਨੇ ਕੀ ਸੁਖਿਆ, ਕੀ ਅਰਦਾਸ ਕੀਤੀ ਹੈ। ਤੇ ਮੱਖਣ ਸ਼ਾਹ ਜਦੋਂ ਲੱਭਦਾ ਸਤਿਗੁਰਾਂ ਨੂੰ ਬਕਾਲੇ ਵਿਖੇ ਆਇਆ। ਸੰਗਤਾਂ ਨੇ ਦੱਸਿਆ ਕਿ ਜੀ ਗੁਰੂ ਨਾਨਕ ਦੀ ਜੋਤ ਬਕਾਲੇ ਵਿਖ ਹੈ। 8ਵੇਂ ਪਾਤਸ਼ਾਹ ਜੀ ਨੇ ਇੰਨਾ ਹੀ ਆਖਿਆ ਸੀ ਕਿ ਬਾਬਾ ਬਸੇ ਗ੍ਰਾਮ ਬਕਾਲੇ, ਕਿ ਬਾਬਾ ਬਕਾਲੇ ਵਿਖੇ ਹੈ। ਉਸ ਦਿਨ ਤੋਂ ਹੀ ਬਕਾਲੇ ਦਾ ਨਾਮ ਬਾਬਾ ਬਕਾਲਾ ਸਾਹਿਬ ਪਿਆ। ਤੋ 22 ਮੰਜੀਆਂ ਹੋਰ ਲੱਗ ਗਈਆਂ, 22 ਬੰਦੇ ਬਹਿ ਗਏ ਹੋਰ ਗੁਰੂ ਦਾ ਦਾਵਾ ਕਰਦੇ ਕਿ ਸੱਚਾ ਗੁਰੂ ਇੱਧਰ ਹੈ, ਸੱਚਾ ਗੁਰੂ ਇੱਧਰ ਹੈ। ਮੱਖਣ ਸ਼ਾਹ ਨੇ ਜਦੋਂ ਆ ਕੇ ਵੇਖਿਆ ਏਜੰਟ ਛੱਡੇ ਹੋਏ ਨੇ ਆਪੋ ਆਪਣੇ ਬਾਈਆਂ ਦੇ ਬਾਈਆਂ ਨਹੀਂ ਕਿ ਸਾਡੇ ਵੱਲ ਸੱਚਾ ਗੁਰੂ ਹੈ। ਮੱਖਣ ਸ਼ਾਹ ਨੇ 500 ਮੋਹਰਾਂ ਸੁੱਖੀਆਂ, ਦਿਲ ਉਹਦਾ ਇਕੱਲੇ ਦਾ ਹੀ ਜਾਣਦਾ ਹੈ, ਹੋਰ ਕੋਈ ਜਾਣਦਾ ਨਹੀਂ। ਸਾਰੇ ਨਕਲੀ ਗੁਰੂਆਂ ਦੇ ਕੋਲ ਗਿਆ, 2-2 ਮੋਹਰਾਂ ਰੱਖ ਕੇ ਮੱਥੇ ਟੇਕਦਾ ਰਿਹਾ। ਜਿਹੜਾ ਸੱਚਾ ਹੋਵੇਗਾ
ਉਹ ਬਾਕੀ ਦੀਆਂ 498 ਮੰਗੇਗਾ ਮੇਰੇ ਕੋਲੋਂ, ਜਿਹੜਾ ਦਿਲ ਦੀਆਂ ਜਾਣਦਾ ਹੋਵੇ। ਕਿਸੇ ਨੇ ਨਹੀਂ ਮੰਗੀਆਂ, ਸਾਰੇ 2 ਮੋਹਰਾਂ ਸੋਨੇ ਦੀਆਂ ਤੇ ਖੁਸ਼ ਹੁੰਦੇ ਰਹੇ। ਆਪਣੇ ਸੇਵਕਾਂ ਨੂੰ ਕਹਿੰਦੇ ਰਹੇ ਕਿ ਇਹਦੇ ਜਲ ਪਾਣੀ ਦੇ ਨਾਲ ਪਕੜ ਕਰੋ, ਵੱਡਾ ਸੇਠ ਹੈ, 6 ਮਹੀਨੇ ਰਹਿ ਗਿਆ ਇੱਥੇ ਤੇ ਸਾਰੇ ਆਰ ਬੁਖਾਰ ਭਰ ਜਾਣੇ ਨੇ ਸਾਡੇ। ਤੇ ਇਦਾਂ ਕਰਦਿਆਂ ਮੱਖਣ ਸ਼ਾਹ ਨਿਰਾਸ਼ ਹੋ ਗਿਆ, 22 ਦੇ 22 ਵੇਖ ਲਏ। ਤੇ ਇੱਕ ਦਿਨ ਉਦਾਸ ਆਪਣੇ ਬੰਦਿਆਂ ਨੂੰ ਕਹਿਣ ਲੱਗਾ, ਕਿਉਂਕਿ ਸਰਕਾਰੀ ਟੈਂਡਰ ਜਿਵੇਂ ਭਰਦੇ, ਸਰਕਾਰੀ ਠੇਕਾ ਲੈਂਦਾ ਸੀ ਮੱਖਣ ਸ਼ਾਹ ਰਾਸ਼ਨ ਪਾਣੀ ਤੇ ਅਸਲਾ ਹਥਿਆਰ ਪਹੁੰਚਾਉਣ ਦਾ ਫੌਜਾਂ ਨੂੰ, ਔਰੰਗਜ਼ੇਬ ਦੀਆਂ ਨੂੰ। ਇਹ ਸਰਕਾਰੀ ਠੇਕਾ ਸੀ ਉਹਦੇ ਕੋਲ, ਇਸ ਕਰਕੇ ਉਹਨੂੰ ਸਰਕਾਰ ਵੱਲੋਂ ਸਿਕਿਉਰਿਟੀ ਵੀ ਮਿਲੀ ਹੋਈ ਸੀ। 400-500 ਬੰਦਾ ਉਦਣ ਵੀ ਉਹਦੇ ਨਾਲ ਸੀ। ਮੱਖਣ ਸ਼ਾਹ ਉਦਾਸ ਆਪਣੇ ਬੰਦਿਆਂ ਨੂੰ ਕਹਿਣ ਲੱਗਾ ਵੀ ਗੁਰੂ ਸਾਹਿਬ ਬਕਾਲੇ ਵਿੱਚ ਨਹੀਂ ਹੈਗੇ, ਮੈਂ ਸਾਰੇ ਹੀ ਵੇਖ ਲਏ ਨੇ, ਭੁਲੇਖਾ ਪਿਆ ਸਾਰਿਆਂ ਨੂੰ, ਚਲੋ ਚਲੀਏ ਇੱਥੋਂ, ਹੋਰ ਕਿਤੇ ਜਾ ਕੇ ਲੱਭਾਂਗੇ, ਗੁਰੂ ਇੱਥੇ ਹੈ ਨਹੀਂ, ਐਵੇਂ ਪਖੰਡੀ ਨੇ ਸਾਰੇ। ਬੰਦਿਆਂ ਨੂੰ ਕਹਿਤਾ ਤੰਬੂ ਪੱਟ ਲੈ, ਜਾਣ ਦੀ ਤਿਆਰੀ ਕਰ ਲਈ ਮੱਖਣ ਸ਼ਾਹ ਦੇ ਬੰਦਿਆਂ ਨੇ। ਸ਼ਾਮ ਦਾ ਵੇਲਾ, ਉਦਾਸ ਜਿਹਾ ਹੋਇਆ ਮੱਖਣ ਸ਼ਾਹ ਬਾਰ-ਬਾਰ ਬਕਾਲੇ ਦੇ ਚਲਾ ਗਿਆ। ਬੱਚੇ ਖੇਡ ਰਹੇ ਨੇ ਛੋਟੇ ਛੋਟੇ ਖੁੱਲੇ ਮੈਦਾਨ ਵਿੱਚ, ਤੇ ਬੱਚਿਆਂ ਨੂੰ ਖੇਡਦਿਆਂ ਵੇਖ ਉੱਥੇ ਬਹਿ ਗਿਆ ਲਾਗੇ। ਸੂਰਜ ਡੁੱਬ ਰਿਹਾ ਸੀ ਉਸ ਵੇਲੇ। ਡੁੱਬਦੇ ਸੂਰਜ ਨੂੰ ਵੇਖ ਮੱਖਣ ਸ਼ਾਹ ਸੋਚ ਰਿਹਾ ਸੀ ਕਿ ਸੂਰਜ ਨਹੀਂ ਡੁੱਬ ਰਿਹਾ, ਮੈਨੂੰ ਸਿੱਖੀ ਦਾ ਸੂਰਜ ਡੁੱਬਦਾ ਨਜ਼ਰ ਆਉਂਦਾ ਹੈ। ਉਦਾਸ ਬੜਾ ਸੀ, ਤੇ ਉਦਾਸੀ ਵਿੱਚ ਹੀ ਇੱਕ ਆਖਰੀ ਟੋਹ ਜਿਹੀ ਮਾਰੀ ਉਹਨੇ। ਬੱਚਿਆਂ ਨੂੰ ਕਹਿਣ ਲੱਗਾ, ਕਾਕਾ ਇਹ ਭਾਈ ਬਾਬੇ ਇੱਥੇ ਮੈਂ ਵੇਖੇ ਨੇ, ਇਹਨਾਂ ਤੋਂ ਇਲਾਵਾ ਕੋਈ ਹੋਰ ਵੀ ਬਾਬਾ ਸੰਤ ਹੈ ਇੱਥੇ? ਤੇ ਬੱਚਿਆਂ ਨੇ, ਉਹਨਾਂ 'ਚ ਸਿਆਣਾ ਬੱਚਾ ਸੀ ਇੱਕ ਤਕੜਾ ਥੋੜਾ, ਉਹ ਕਹਿਣ ਲੱਗਾ ਜੀ ਹੈ, ਇੱਕ ਬਾਬਾ ਹੋਰ ਹੈ ਪਰ ਅੰਦਰ ਰਹਿੰਦਾ ਹੈ, ਬਾਹਰ ਨਹੀਂ ਆਉਂਦਾ। ਕਹਿੰਦਾ ਕਿੱਥੇ ਹੈ? ਕਹਿੰਦਾ ਉਹ ਅੰਦਰ ਰਹਿੰਦਾ, ਉਹ ਬੀਬੀ ਬੈਠੀ ਰਹਿੰਦੀ ਹੈ ਦਰਵਾਜ਼ੇ ਤੇ, ਉਹ ਆਪ ਨਹੀਂ ਬਾਹਰ ਆਉਂਦੇ, ਕਦੇ ਕਦੇ ਬਾਹਰ ਆਉਂਦੇ ਨੇ ਤੇ ਸਾਰੇ ਉਹਨਾਂ ਨੂੰ ਛੇੜਦੇ ਨੇ, ਮਖੌਲ ਕਰਦੇ ਨੇ, ਅਸੀਂ ਵੀ ਵੱਟੇ ਮਾਰਦੇ ਆ ਉਹਨਾਂ ਦੇ, ਤੇ ਲੋਕ ਉਹਨੂੰ ਤੇਗਾ ਕਮਲਾ ਕਹਿੰਦੇ ਨੇ। ਇੰਨੀ ਅਗਿਆਨਤਾ ਦੇ ਹਨੇਰੇ ਵਿੱਚੋਂ ਨਿਕਲੇ ਬੋਲ ਨੇ ਇਹ, ਕਹਿਣ ਨੂੰ ਚਿੱਤ ਨਹੀਂ ਕਰਦਾ ਪਰ ਸੁਣਾਉਣੇ ਪੈਂਦੇ ਨੇ। ਇਦਾਂ ਦੇ ਬੋਲ ਜਦੋਂ ਸੁਣੇ ਮੱਖਣ ਸ਼ਾਹ ਨੂੰ ਠੰਡ ਜਿਹੀ ਪਈ ਕਿ ਜਿਹੜਾ ਬਾਬਾ ਲੁਕ ਕੇ ਰਹਿ ਰਿਹਾ, ਕਿਸੇ ਦੇ ਮੱਥੇ ਨਹੀਂ ਲੱਗਦਾ, ਗੱਲ ਤੇ ਕੋਈ ਹੋਵੇਗੀ। ਮੱਖਣ ਸ਼ਾਹ ਕਹਿੰਦਾ ਦੱਸੋ ਮੈਨੂੰ। ਬੱਚਿਆਂ ਦੂਰੋਂ ਦੱਸਦਾ ਜੀ ਇਸ ਪਾਸੇ ਹੈ। ਆ ਗਏ, ਮਾਤਾ ਜੀ ਬਾਹਰ ਬੈਠੇ ਨੇ, ਕੱਚਾ ਜਿਹਾ ਕਮਰਾ ਹੈ, ਭੋਰੇ ਦਾ ਦਰਵਾਜ਼ਾ, ਉਹਦੇ ਸਾਹਮਣੇ ਮਾਤਾ ਗੁਜਰੀ ਜੀ ਬੈਠੇ। ਜਾ ਕੇ ਕਹਿਣ ਲੱਗਾ, ਬੇਨਤੀ ਕਰਨ ਲੱਗਾ, ਕਹਿੰਦਾ ਮਾਤਾ ਜੀ ਮੈਂ ਸਤਿਗੁਰਾਂ ਦੇ ਦਰਸ਼ਨ ਕਰਨੇ ਨੇ। ਮਾਤਾ ਜੀ ਨੇ ਸਿਰ ਤੋਂ ਪੈਰਾਂ ਤੱਕ ਵੇਖਿਆ ਤੇ ਹੱਸ ਪਏ, ਕਹਿੰਦੇ ਦਰਸ਼ਨ ਤੇ ਕਾਕਾ ਮੈਨੂੰ ਨਹੀਂ ਹੋਏ, ਮੈਂ 27 ਸਾਲ ਹੋ ਗਏ ਮੈਨੂੰ ਬੈਠੀ ਨੂੰ, ਤੈਨੂੰ ਕਿਵੇਂ ਦਰਸ਼ਨ ਹੋ ਜਾਣਗੇ? ਮੈਂ ਉਹਨਾਂ ਦੀ ਸੇਵਾਦਾਰ ਨਹੀਂ ਹਾਂ। ਕਹਿੰਦਾ ਮਾਤਾ ਜੀ ਕੁਝ ਵੀ ਹੋਵੇ, ਜੇ ਦਰਸ਼ਨ ਨਾ ਹੋਏ ਤੇ ਜੋ ਸਿੱਖੀ ਦਾ ਹਾਲ ਹੋ ਰਿਹਾ ਹੈ ਤੁਹਾਡੇ ਸਾਹਮਣੇ, ਕਿਰਪਾ ਕਰੋ, ਗੁਰੂ ਨਾਨਕ ਦਾ ਵਾਸਤਾ ਮੈਨੂੰ ਇੱਕ ਵਾਰ ਝਲਕ ਪਵਾ ਦਿਓ। ਮਾਤਾ ਜੀ ਕਹਿਣ ਲੱਗੇ ਤੇਰੀ ਕਿਸਮਤ, ਹੁਣੇ ਰਾਤ ਦਾ ਪ੍ਰਸ਼ਾਦਾ ਲੈ ਕੇ ਮੈਂ ਆਉਣਾ ਹੈ, ਥੋੜੇ ਜਿਹੇ ਸਮੇਂ ਲਈ ਕੁੰਡੀ ਖੁੱਲਣੀ ਹੈ, ਤੇ ਤੇਰੀ ਜੇ ਮਦਦ ਕੀਤੀ ਗੁਰੂ ਨਾਨਕ ਨੇ ਤੇ ਵੇਖ ਲਈ ਸ਼ਾਇਦ ਦਰਸ਼ਨ ਹੋ ਜਾਣ। ਮੌਕਾ ਮਿਲ ਗਿਆ। ਸਤਿਗੁਰੂ ਪ੍ਰਸ਼ਾਦਾ ਛਕ ਕੇ ਹਟੇ ਸਨ, ਕੁੰਡੀ ਖੁੱਲੀ ਸੀ ਹਾਲੀ, ਭਾਂਡੇ ਲਿਆਉਣੇ ਸਨ। ਤੋਂ ਮੱਖਣ ਸ਼ਾਹ ਮਾਤਾ ਜੀ ਦੀ ਆਗਿਆ ਦੇ ਨਾਲ ਚਲਾ ਗਿਆ ਭੋਰੇ ਦੇ ਅੰਦਰ। ਭੋਰੇ ਦਾ ਦਰਵਾਜ਼ਾ ਖੋਲ੍ਹਿਆ, ਕੁੱਪ ਹਨੇਰਾ ਹੈ, ਥੋੜੀਆਂ ਜੀਆਂ ਪੌੜੀਆਂ ਹੇਠਾਂ ਉਤਰਿਆ ਤੇ ਕੀ ਤੱਕਦਾ ਹੈ, ਸੁੰਨ ਪਈ ਹੋਈ ਭੋਰੇ ਦੇ ਵਿੱਚ ਸ਼ਾਂਤੀ ਬਿਲਕੁਲ। ਇੱਕ ਸਾਹ ਤੱਕ ਦੀ ਆਵਾਜ਼ ਆਪਣੀ ਪਰੇਸ਼ਾਨ ਕਰ ਰਹੀ ਮੱਖਣ ਸ਼ਾਹ ਨੂੰ, ਇੰਨੀ ਸ਼ਾਂਤੀ। ਜੋਤ ਜਗਦੀ ਹੈ, ਦੀਵਾ ਬਲ ਰਿਹਾ, ਮੱਠੇ ਮੱਠੇ ਬਲਦੇ ਦੀਵੇ ਵਿੱਚ ਵੇਖਿਆ ਕਿ ਗੁਰੂ ਨਾਨਕ ਦੀ ਜੋਤ ਚੌਂਕੜਾ ਮਾਰ ਕੇ ਬੈਠੇ ਸਤਿਗੁਰੂ। ਗਲ 'ਚ ਸਾਦਾ ਜਿਹਾ ਕੁੜਤਾ ਹੈ, ਸਾਦੀ ਜਿਹੀ ਦਸਤਾਰ ਹੈ ਸਿਰ ਤੇ, ਚੌਂਕੜਾ ਮਾਰ ਕੇ ਹਿੱਲ ਬੈਠੇ। ਦੋ ਜੋਤਾਂ ਜਗ ਰਹੀਆਂ ਨੇ ਭੋਰੇ ਵਿੱਚ, ਇੱਕ ਦੀਵੇ ਦੀ ਜੋਤ ਬਲਦੀ ਹੈ, ਇੱਕ ਗੁਰੂ ਨਾਨਕ ਦੀ ਜੋਤ। ਦੋਨੇ ਹਿੱਲ ਨਹੀਂ ਰਹੀਆਂ, ਦੋਨੇ ਅਹਿੱਲ ਨੇ, ਕਿਉਂਕਿ ਬਾਹਰੋਂ ਹਵਾ ਕੋਈ ਨਹੀਂ ਪੈ ਰਹੀ,
ਦੀਵੇ ਦੀ ਲਾਟ ਵੀ ਟਿਕੀ ਹੋਈ ਹੈ, ਗੁਰੂ ਨਾਨਕ ਦੀ ਜੋਤ ਵੀ ਟਿਕੀ ਬੈਠੀ ਹੈ। ਸਹਿਮਿਆਂ ਸਹਿਮਿਆਂ ਡਰਿਆ ਡਰਿਆ ਮੱਖਣ ਸ਼ਾਹ ਪੌੜੀਆਂ ਹੇਠਾਂ ਉਤਰਦਾ ਜਾ ਰਿਹਾ। ਆਪਣੇ ਸਾਹ ਉਹਨੂੰ ਹਨੇਰੀ ਵਾਂਗੂ ਚੱਲਦੇ ਨਜ਼ਰ ਆਉਂਦੇ ਨੇ। ਡਰਿਆ ਡਰਿਆ ਸਹਿਮਿਆਂ ਸਹਿਮਿਆਂ ਜਦੋਂ ਅੱਗੇ ਗਿਆ ਤੇ ਸਤਿਗੁਰਾਂ ਦਾ ਨੂਰਾਨੀ ਚਿਹਰਾ ਸਾਰਾ ਮਾਹੌਲ ਵੇਖ ਕੇ ਕਹਿੰਦਾ ਗੱਲ ਕੋਈ ਹੈ, ਦੋ ਨਹੀਂ ਇੱਥੇ 5 ਚਾੜਾਂਗਾ ਤੇ 5 ਚਾੜਾਂਗਾ। ਜੇ ਤੇ ਹੋਇਆ ਗੁਰੂ ਸੱਚਾ ਤੇ ਬਾਕੀਆਂ ਦਾ ਹਿਸਾਬ ਮੰਗੇਗਾ ਜ਼ਰੂਰ, ਕਿਉਂਕਿ ਸੁਖਣਾ ਹੈ। ਤੇ ਮੱਖਣ ਸ਼ਾਹ ਨੇ ਬੋਝੇ ਵਿੱਚੋਂ 5 ਮੋਹਰਾਂ ਕੱਢੀਆਂ ਤੇ ਸਤਿਗੁਰਾਂ ਦੇ ਸਾਹਮਣੇ ਜਦੋਂ ਮੋਹਰਾਂ ਰੱਖੀਆਂ, ਮੋਹਰਾਂ ਤੇ ਮੋਹਰਾਂ ਵੱਜੀਆਂ ਤੇ ਮੋਹਰਾਂ ਦੀ ਛਣਕਾਰ ਦੇ ਨਾਲ ਸ਼ਾਂਤੀ ਦੇ ਵਿੱਚ ਭਰਿਆ ਹੋਇਆ ਭੋਰਾ ਜਿਹੜਾ ਗੂੰਜਿਆ, ਆਵਾਜ਼ ਆਈ ਮੋਹਰਾਂ ਦੀ ਤੇ ਸਤਿਗੁਰਾਂ ਨੇ ਨੇਤਰ ਖੋਲੇ। ਜਿੱਦਾਂ ਸਵੇਰੇ ਧਰਤੀ ਤੇ ਅਸਮਾਨ ਦੀ ਸੰਨ ਦੇ ਵਿੱਚੋਂ ਸੂਰਜ ਦੀ ਟਿੱਕੀ ਚੜ੍ਹਦੀ ਹੈ, ਇਦਾਂ ਸਤਿਗੁਰਾਂ ਨੇ ਜਗਦੇ ਹੋਏ ਨੇਤਰ ਜਦੋਂ ਖੁੱਲ ਕੇ ਮੱਖਣ ਸ਼ਾਹ ਵੱਲ ਵੇਖਿਆ, ਕੰਬ ਗਿਆ ਮੱਖਣ ਸ਼ਾਹ ਵੇਖ ਕੇ ਸਤਿਗੁਰਾਂ ਦੀ ਜਗਦੀ ਜੋਤ ਨੂੰ। ਤੇ ਸਤਿਗੁਰਾਂ ਨੇ ਮੋਹਰਾਂ ਵੱਲ ਵੇਖਿਆ, ਫਿਰ ਮੱਖਣ ਸ਼ਾਹ ਵੱਲ ਵੇਖਿਆ। 5 ਮੋਹਰਾਂ ਵੇਖ ਕੇ ਕਹਿਣ ਲੱਗੇ, ਮੱਖਣਾ ਓਏ 495 ਦਾ ਘਾਟਾ ਤੂੰ ਖਾ ਲੇਂਗਾ। ਕਹਿੰਦੇ ਤੂੰ ਵਪਾਰੀ ਹੈ, ਤੂੰ 495 ਦਾ ਘਾਟਾ ਖਾ ਲੇਂਗਾ। ਮੱਖਣ ਸ਼ਾਹ ਨੇ ਹੋਰ ਤਸੱਲੀ ਕਰਨੀ ਚਾਹੀ ਕਿ ਸ਼ਾਇਦ ਕੋਈ ਹੋਰ ਨਾ ਗੱਲ ਹੋਵੇ, ਇੱਕ ਵਾਰ ਫਿਰ ਪੱਕਾ ਕਰ ਲਵਾਂ ਕਿ ਸੱਚਾ ਗੁਰੂ ਜਾਣਦਾ ਹੈ। ਕਹਿੰਦਾ ਜੀ ਤੁਸੀਂ ਜਾਣਦੇ ਹੋ ਉਸ ਰਾਤ ਬਾਰੇ? ਜਦੋਂ ਇੰਨਾ ਆਖਿਆ ਸਤਿਗੁਰ ਕਹਿਣ ਲੱਗੇ, ਮੱਖਣਾ ਤੂੰ ਕਹਿੰਦਾ ਇਹ ਰਾਤ, ਉਸ ਰਾਤ ਨੂੰ ਮੈਂ ਕਦੇ ਭੁੱਲ ਨਹੀਂ ਸਕਦਾ ਮੱਖਣਾ, ਜਿੱਦਣ ਪਾਗਲ ਹਾਥੀਆਂ ਦੇ ਝੁੰਡ ਵਰਗਾ ਆਇਆ ਹੋਇਆ ਤੂਫਾਨ ਤੇਰੇ ਬੇੜੇ ਨੂੰ ਗਰਕ ਕਰ ਦੇਣਾ ਚਾਹੁੰਦਾ ਸੀ, ਤੇਰੇ ਸਾਰੇ ਕੁਟੁੰਬ ਕਬੀਲੇ ਨੂੰ ਡੋਬ ਕੇ ਨੇਸ ਤੋਂ ਨਬੂਦ ਕਰ ਦੇਣਾ ਚਾਹੁੰਦਾ ਸੀ ਉਹ ਤੂਫਾਨ। ਉਸ ਰਾਤ ਨੂੰ ਮੈਂ ਭੁੱਲ ਨਹੀਂ ਸਕਦਾ। ਸਤਿਗੁਰਾਂ ਨੇ ਮੋਢੇ ਤੋਂ ਚਾਦਰ ਖਿਸਕਾਈ ਤੇ ਨਾਲੇ ਆਪਣਾ ਜ਼ਖਮ ਵਿਖਾਲ ਕੇ ਕਹਿੰਦੇ, ਮੱਖਣਾ ਉਹ ਮੇਰਾ ਤੇ ਹਲੇ ਜ਼ਖਮ ਵੀ ਅੱਲਾ ਏ ਤੇ ਤੂੰ ਕਹਿੰਦਾ ਇਹ ਰਾਤ ਨੂੰ ਮੈਂ ਜਾਣਦਾ। ਬਸ ਫਿਰ ਕੀ ਸੀ, ਮੱਖਣ ਸ਼ਾਹ ਨੂੰ ਲੱਭਿਆ ਸੀ ਜਿਹਦੀ ਤਲਾਸ਼ ਸੀ। ਮੱਖਣ ਸ਼ਾਹ ਦੌੜਨ ਲੱਗਾ, ਉੱਥੋਂ ਉੱਠ ਕੇ ਸਤਿਗੁਰਾਂ ਨੇ ਬੀਣੀ ਤੋਂ ਫੜ ਲਿਆ ਗੁੱਟ ਤੋਂ। ਕਹਿੰਦੇ, ਮੱਖਣਾ ਕਿੱਧਰ ਜਾ ਰਹੇ ਆ? ਕਹਿੰਦਾ, ਮਹਾਰਾਜ ਬਾਹਰ ਵੇਖੋ ਸਹੀ ਹਾਲ ਕੀ ਹੋਇਆ ਪਿਆ ਹੈ। ਭੋਲੀਆਂ ਭਾਲੀਆਂ ਸੰਗਤਾਂ ਦੇ ਹਿਰਦੇ ਇਹ ਦੰਬੀਆਂ ਪਖੰਡੀਆਂ ਦੇ ਪੈਰਾਂ ਹੇਠ ਸ਼ਰਧਾ ਦੇ ਫੁੱਲ ਮਿੱਧੇ ਜਾ ਰਹੇ ਨੇ, ਭਲੂੰਦਰੀ ਜਾ ਰਹੀ ਹੈ ਸ਼ਰਧਾ, ਤੇ ਮੈਨੂੰ ਜਾਣ ਦਿਓ, ਮੈਨੂੰ ਰੋਕੋ ਨਾ। ਸਤਿਗੁਰ ਕਹਿਣ ਲੱਗੇ, ਨਾ ਮੱਖਣਾ ਸਾਨੂੰ ਨਾ ਇਸ ਤਰ੍ਹਾਂ ਕਰ, ਸਾਨੂੰ ਟਿਕੇ ਰਹਿਣ ਦਿਓ ਉਸ ਮਾਲਕ ਦੀ ਰਜ਼ਾ ਵਿੱਚ। ਤੇ ਮੱਖਣ ਸ਼ਾਹ ਕਹਿਣ ਲੱਗਾ, ਨਹੀਂ ਮਹਾਰਾਜ ਮੈਨੂੰ ਲੱਗਦਾ ਹੈ ਕਿ ਮਾਲਕ ਦੀ ਰਜ਼ਾ ਅੱਜ ਇਹੋ ਹੀ ਹੈ ਜੋ ਮੇਰੇ ਅੰਦਰੋਂ ਆਵਾਜ਼ ਆਉਂਦੀ ਹੈ। ਝਟਕਾ ਮਾਰ ਕੇ ਮੱਖਣ ਸ਼ਾਹ ਨੇ ਸਤਿਗੁਰਾਂ ਤੋਂ ਬਾਂਹ ਛਡਾਈ ਤੇ ਦੌੜ ਪਿਆ ਬਾਹਰ ਨੂੰ, ਛਾਲ ਮਾਰ ਕੇ ਚੜ ਗਿਆ ਛੱਤ ਦੇ ਉੱਪਰ। ਕੱਚੇ ਕੋਠੇ ਤੇ ਚੜ ਕੇ ਟਿਕੀ ਹੋਈ ਰਾਤ, ਅੱਧੀ ਰਾਤ ਟਿਕਿਆ ਹੋਇਆ ਵਾਤਾਵਰਨ ਪੱਲੂ ਫੇਰ ਕੇ ਲੈਂਦੀ ਬੋਲੀ ਵਿੱਚ ਉੱਚੀ ਉੱਚੀ ਆਖ ਰਿਹਾ ਸੀ, ਕਹਿੰਦਾ, ਗੁਰਲੱਧ ਹੋ ਰੇ, ਗੁਰਲੱਧ ਹੋ ਰੇ, ਗੁਰਲੱਧ ਹੋ ਰੇ। ਜਿਹਦਾ ਮਾਲਕ ਮਤਲਬ ਸੀ ਗੁਰੂ ਲੱਭ ਪਿਆ ਹੈ, ਗੁਰੂ ਲੱਭ ਪਿਆ ਹੈ। ਟਿਕੀ ਹੋਈ ਰਾਤ ਦੂਰ ਤੱਕ ਆਵਾਜ਼ ਗਈ। ਇੱਕ ਸਮਾਂ ਆ ਚੁੱਕਾ ਸੀ, ਜਿਨ ਜਿਨ ਵੀ ਸੁਣਿਆ ਦੌੜੇ ਆਏ। ਪਲਾਂ ਛਿਨਾਂ ਵਿੱਚ ਉਸ ਭੋਰੇ ਦੇ ਸਾਹਮਣੇ ਇਕੱਠ ਹੋ ਗਿਆ ਸੰਗਤਾਂ ਦਾ, ਤੇ ਦੱਸਦਾ ਮੱਖਣ ਸ਼ਾਹ ਨੇ ਸੱਚਾ ਗੁਰੂ ਲੱਭ ਪਿਆ ਹੈ। ਤੇ ਸਵੇਰ ਹੁੰਦਿਆਂ ਸਾਰ ਉਹ ਜਿਹੜੀ ਗੁਰਿਆਈ ਦੀ ਰਸਮ ਰਸਤ ਲੈ ਕੇ ਆਏ ਸੀ, ਸਮਾਨ ਸਾਰਾ ਗੁਰਿਆਈ ਦਾ, ਉੱਥੋਂ ਦਿੱਲੀ ਤੋਂ 8ਵੇਂ ਪਾਤਸ਼ਾਹ ਜੀ ਦੇ ਭੇਜੇ ਹੋਏ ਸਿੱਖ, ਉਹਨਾਂ ਨੇ ਦਰਸ਼ਨ ਕੀਤੇ। ਜਿਹਨੇ ਵੀ ਦੀਦਾਰ ਕੀਤੇ ਨਿਹਾਲ ਹੋਇਆ ਤੇ ਸਤਿਗੁਰਾਂ ਨੂੰ ਥੜੇ ਤੇ ਬਿਠਾਲ ਕੇ ਗੁਰਿਆਈ ਦੀ ਰਸਮ ਅਦਾ ਕਰ ਦਿੱਤੀ। 9ਵੇਂ ਸਤਿਗੁਰੂ ਦੇ ਰੂਪ ਵਿੱਚ ਪ੍ਰਵਾਨ ਕਰ ਲਿਆ ਸਾਰੀਆਂ ਸੰਗਤਾਂ ਨੇ। ਅੱਜ ਵੀ ਬਾਬਾ ਬਕਾਲਾ ਸਾਹਿਬ, ਉਹ ਭੋਰਾ ਸਾਹਿਬ ਵੀ ਮੌਜੂਦ ਹੈ, ਉਹ ਥੜਾ ਸਾਹਿਬ ਵੀ ਮੌਜੂਦ ਹੈ, ਜਿੱਥੇ ਸਤਿਗੁਰਾਂ ਦਾ ਗੁਰਗੱਦੀ ਦੀ ਰਸਮ ਨੂੰ ਪੂਰਾ ਕੀਤਾ ਗਿਆ। ਤੋਂ ਭਾਵ ਕਿ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੱਚਮੁੱਚ ਹੋਰ ਕੌਣ ਹੋ ਸਕਦਾ ਹੈ? ਐਡਾ ਤਿਆਗੀ, ਐਡਾ ਬਰਾਗੀ, ਸਭ ਕੁਝ ਆਪਣੇ ਕੋਲ ਤਾਕਤ ਸ਼ਕਤੀ ਹੁੰਦਿਆਂ ਹੋਇਆਂ ਵੀ ਇਹ ਵੇਖਦਿਆਂ ਕਿ ਮੇਰੀ ਜਾਇਦਾਦ, ਮੇਰੀ ਚੀਜ਼ ਤੇ ਜਿੱਥੇ ਮੇਰਾ ਹੱਕ ਸੀ, ਹੋਰ ਕੋਈ ਸ਼ਰੀਕ ਕਬਜ਼ਾ ਕਰੀ ਬੈਠੇ ਨੇ। ਇੱਕ ਸ਼ਬਦ ਤੱਕ ਨਹੀਂ ਉਹਨਾਂ ਦੇ ਮੂੰਹੋਂ ਕੋਈ ਨਿਕਲਿਆ ਨਾਰਾਜ਼ਗੀ ਦਾ। ਸੱਚਮੁੱਚ ਮਾਲਕ ਤੁਹਾਡੇ ਤੋਂ ਬਿਨਾਂ ਹੋਰ ਕੋਈ ਨਹੀਂ ਹੋ ਸਕਦਾ, ਜਿਹੜਾ ਸੋਨੇ ਤੇ ਮਿੱਟੀ ਨੂੰ ਇੱਕ ਕਰਕੇ ਜਾਣੇ। ਜੋ ਨਰ
दुख में दुख नहीं मान, जो नर दुख में